ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ। ਸੋ ਅੱਜ ਦੀ ਆਪਣੀ ਡਿਸਕਸ਼ਨ ਜੋ ਆਪਾਂ ਕਰਨੀ ਹੈ ਉਹ ਆਪਣਾ ਟੌਪਿਕ ਹੈਗਾ ਨਾਊਨ। ਜਨਰਲ ਇੰਗਲਿਸ਼ ਦਾ ਟੌਪਿਕ ਹੈ। ਜਿੰਨੇ ਵੀ ਕੰਪੀਟੀਸ਼ਨ ਦੇ ਐਗਜ਼ਾਮਸ ਨੇ ਜਿਨ੍ਹਾਂ ਦੇ ਵਿੱਚ ਇੰਗਲਿਸ਼ ਐਜ਼ ਅ ਸਬਜੈਕਟ ਪੁੱਛਿਆ ਜਾਂਦਾ ਹੈ, ਚਾਹੇ ਉਹ PPSC ਦਾ ਕੋਈ ਐਗਜ਼ਾਮ ਹੈ ਜਿਹਦੇ ਵਿੱਚ ਆਪਾਂ ਪ੍ਰੀ ਦਾ CSAT ਲਾ ਲਈਏ ਜਾਂ ਮੇਨਸ ਦਾ ਐਂਗਲ ਲਾ ਲਈਏ, ਚਾਹੇ ਉਹ PSSB ਦਾ ਕੋਈ ਐਗਜ਼ਾਮ ਹੈ, ਚਾਹੇ ਮੈਂ ਕਹਿ ਦੇਵਾਂ ਕਿ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਕਾਂਸਟੇਬਲ ਕੋਈ ਵੀ ਪੇਪਰ ਹੈ, ਸਾਰੇ ਪੇਪਰਾਂ ਨੂੰ ਇਹ ਆਪਣਾ ਪਰਟੀਕੂਲਰ ਲੈਕਚਰ ਕਵਰ ਕਰੂਗਾ। ਤੇ ਨਾਊਨ ਨੂੰ ਆਪਾਂ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਨਾਂਵ ਕਹਿ ਦਿੰਦੇ ਹਾਂ, ਇਸ ਤਰੀਕੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਕਿ ਬਿਲਕੁਲ ਨੀਚੋਂ ਲੈ ਕੇ ਜ਼ੀਰੋ ਤੋਂ ਲੈ ਕੇ ਆਪਾਂ ਉਸ ਲੈਵਲ ਨੂੰ ਟੱਚ ਕਰੀਏ ਜਿੱਥੇ ਤੱਕ ਪੇਪਰ ਜਾ ਸਕਦਾ ਹੈ। ਹਰ ਪੂਰਾ ਸਬਜੈਕਟ ਮੈਂ ਇੰਗਲਿਸ਼ ਪੜ੍ਹਾਇਆ, ਮੈਂ ਇਹਦੇ 'ਚ ਇਹੀ ਕੋਸ਼ਿਸ਼ ਕਰੀ ਹੈ ਕਿ ਬਿਲਕੁਲ ਬੇਸ ਜ਼ੀਰੋ ਲੈਵਲ ਵਾਲੇ ਸਟੂਡੈਂਟਸ ਨੂੰ ਵੀ ਨਾਲ ਲੈ ਕੇ ਚੱਲਾਂ ਅਤੇ ਉਹਨਾਂ ਨੂੰ ਉਸ ਲੈਵਲ ਤੱਕ ਗੱਲ ਸਮਝ ਆਵੇ ਜਿੱਥੇ ਤੱਕ ਮੈਂ ਜਾਊਂਗਾ। ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਆਪਣੇ ਅੱਜ ਦੇ ਇਸ ਲੈਕਚਰ ਨੂੰ। ਜਨਰਲ ਇੰਗਲਿਸ਼ 'ਚ ਟੌਪਿਕ ਆਪਣਾ ਹੈਗਾ ਨਾਊਨ। ਸਭ ਤੋਂ ਪਹਿਲਾਂ ਨਾਊਨ ਜਿਹਨੂੰ ਮੈਂ ਨਾਂਵ ਕਹਿਦਾ ਨਾ, ਹੁੰਦਾ ਕੀ ਹੈ? ਜੇ ਇਹਦੀ ਪਰਿਭਾਸ਼ਾ ਡੈਫੀਨੇਸ਼ਨ ਨੂੰ ਜਾਣਨ ਦੀ ਕੋਸ਼ਿਸ਼ ਕਰੀਏ, ਨਾਊਨ ਬੇਸਿਕਲੀ ਇੱਕ ਨੇਮਿੰਗ ਵਰਡ ਹੈ। ਕੋਈ ਵੀ ਵਿਜ਼ੀਬਲ ਚੀਜ਼ ਜਿਹਦੇ ਵਿੱਚ ਪਰਸਨ ਬੰਦਾ ਹੋ ਸਕਦਾ ਹੈ, ਕੋਈ ਥਾਂ ਹੋ ਸਕਦੀ ਹੈ, ਪਲੇਸ, ਕੋਈ ਚੀਜ਼ ਹੋ ਸਕਦੀ ਹੈ। ਦੇਖੋ ਪੰਜਾਬੀ ਦੇ ਵਿੱਚ ਵੀ ਜਦੋਂ ਆਪਾਂ ਪੰਜਾਬੀ ਵਿਆਕਰਨ ਨੂੰ ਪੜ੍ਹਦੇ ਹਾਂ ਆਹੀ ਚੀਜ਼ ਤਾਂ ਆਪਾਂ ਨੋਟ ਕਰਦੇ ਹਾਂ। ਨਾਂਵ ਕੀ ਹੁੰਦਾ ਹੈ? ਨਾਂਵ ਕਿਸੇ ਥਾਂ ਹੋ ਸਕਦੀ ਹੈ, ਕਿਸੇ ਬੰਦੇ ਦਾ ਨਾਮ ਹੋ ਸਕਦਾ ਹੈ, ਠੀਕ ਹੈ, ਕਿਸੇ ਚੀਜ਼ ਦਾ ਨਾਮ ਹੋ ਸਕਦਾ। ਸਾਰੀਆਂ ਚੀਜ਼ਾਂ ਹੀ ਨਾਮ 'ਚ ਆ ਸਕਦੀਆਂ। ਹੁਣ ਇਹ ਤੋਂ ਇਲਾਵਾ ਇੱਕ ਨਾਂਵ ਜਦੋਂ ਮੈਂ ਪੜ੍ਹਾਉਣਾ ਹੁੰਦਾ ਉਹਦੇ ਵਿੱਚ ਇੱਕ ਚੀਜ਼ ਹੋਰ ਦੱਸਦਾ ਹੁੰਦਾ ਕਿ ਜਿਹੜੀ ਚੀਜ਼ ਅਸੀਂ ਨਾਂਵ ਦੇ ਵਿੱਚ ਸਕਿਪ ਕਰ ਜਾਂਦੇ ਹਾਂ ਉਹ ਹੈਗਾ ਫੈਲਟ ਓਨਲੀ, ਯਾਨੀ ਕਿ ਫੀਲਿੰਗ, ਜਿਹੜੀ ਚੀਜ਼ ਨੂੰ ਅਸੀਂ ਮਹਿਸੂਸ ਕਰਦੇ ਹਾਂ। ਇਹਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ? FAQs ਫੈਕਟਸ ਆਪਾਂ ਬੋਲਦੇ ਨੇ ਬੇਸਿਕਲੀ। ਫੀਲਿੰਗ ਆ ਜਾਂਦੀ ਹੈ, ਐਕਸ਼ਨ ਆ ਜਾਂਦਾ, ਕੁਆਲਿਟੀ ਆ ਜਾਂਦੀ ਹੈ, ਸਟੇਟ ਆ ਜਾਂਦੀ ਹੈ। ਇਹਨੂੰ ਆਪਾਂ ਦੇਖਾਂਗੇ ਜਿਵੇਂ ਖੁਸ਼ੀ ਹੋ ਗਈ, ਗਮੀ ਹੋ ਗਈ, ਓਨੈਸਟੀ ਹੋ ਗਈ, ਸਾਡੇ ਕੋਲੇ ਹੈਪੀਨੈਸ ਹੋ ਗਈ। ਇਹ ਚੀਜ਼ਾਂ ਨੂੰ ਮੈਂ ਦੇਖ ਥੋੜ੍ਹੀ ਨਾ ਸਕਦਾ ਸਿੱਧੀਆਂ ਅੱਖਾਂ ਦੇ ਨਾਲ, ਇਹ ਤਾਂ ਮਹਿਸੂਸ ਕੀਤੀਆਂ ਜਾ ਸਕਦੀਆਂ, ਫੀਲ ਕੀਤੀਆਂ ਜਾ ਸਕਦੀਆਂ। ਤਾਂ ਇਹ ਵੀ ਮੇਰੇ ਕੋਲੇ ਨਾਊਨ ਯਾਨੀ ਕਿ ਨਾਂਵ ਦੀ ਕੈਟੇਗਰੀ ਦੇ ਵਿੱਚ ਹੀ ਆਉਂਦੀਆਂ ਨੇ। ਅੱਗੇ ਜਦੋਂ ਆਪਾਂ ਇਹਦੇ ਟਾਈਪਸ ਪੜ੍ਹਦੇ ਹਾਂ ਫਿਰ ਆਪਾਂ ਦੇਖਦੇ ਹਾਂ ਕਿ ਉਹਨੂੰ ਸਪੈਸ਼ਲੀ ਕਿਹੜੇ ਤਰ੍ਹਾਂ ਦੇ ਨਾਮ ਨੂੰ ਲੈ ਕੇ ਨਾਮ ਨਾਲ ਬੁਲਾਇਆ ਜਾਂਦਾ, ਉਹ ਆਪਾਂ ਉੱਥੇ ਦੇਖਦੇ ਹਾਂ। ਅਗਲਾ ਸਭ ਤੋਂ ਇੰਪੋਰਟੈਂਟ ਪੁਆਇੰਟ ਜੋ ਅੱਜ ਕੱਲ੍ਹ ਦੇ ਪੇਪਰਾਂ 'ਚ ਬੜਾ ਪੁੱਛਿਆ ਜਾਣ ਲੱਗ ਪਿਆ, ਇੱਕ ਵਾਕ ਦੇ ਵਿੱਚ, ਇੱਕ ਸੈਂਟੈਂਸ ਦੇ ਵਿੱਚ ਨਾਂਵ ਦੀ ਪਹਿਚਾਣ ਕਿਵੇਂ ਹੁੰਦੀ ਹੈ? ਮੈਨੂੰ ਪਤਾ ਕਿਵੇਂ ਲੱਗਦਾ ਵੀ ਆਹ ਨਾਂਵ ਹੈ? ਇਹਦੇ ਵਿੱਚ ਲਾਈਨ ਮੈਂ ਪੂਰੀ ਲਿਖਤੀ, ਠੀਕ ਹੈ, ਜਿਵੇਂ ਆਹ ਲਿਖਤੀ ਸ਼ਿਖਾ ਵਿਲ ਕਮ ਟਮੋਰੋ। ਹੁਣ ਇਹਦੇ ਵਿੱਚ ਮੈਨੂੰ ਕਿਵੇਂ ਪਤਾ ਲੱਗਿਆ ਵੀ ਇਹ ਨਾਂਵ ਹੈ? ਇਹ ਚੀਜ਼ ਨੂੰ ਆਪਾਂ ਕਿਵੇਂ ਆਇਡੈਂਟੀਫਾਈ ਕਰਦੇ ਹਾਂ, ਇਸ ਗੱਲ ਤੇ ਚੱਲਦੇ ਹਾਂ। ਦੇਖੋ ਤੁਸੀਂ ਕੁਐਸਚਨ ਦੇ ਵਿੱਚ ਜੋ ਵੀ ਕੁਐਸਚਨ ਕਹਿਣ ਦਾ ਮਤਲਬ ਜੋ ਵੀ ਤੁਹਾਨੂੰ ਦਿੱਤਾ ਹੋਇਆ ਇੱਕ ਸੈਂਟੈਂਸ ਹੈ ਉਹਦੇ ਤੋਂ ਤੁਸੀਂ ਤਿੰਨ ਤਰ੍ਹਾਂ ਦੇ ਸਵਾਲ ਪੁੱਛੋ, ਵਟ, ਹੂ ਤੇ ਹੂਮ। ਤਿੰਨ ਸਵਾਲਾਂ ਦੇ ਵਿੱਚੋਂ ਜਿਹੜਾ ਵੀ ਵਟ, ਹੂ, ਹੂਮ ਦੀ ਚੀਜ਼ ਉਸ ਸੈਂਟੈਂਸ ਦੇ ਵਿੱਚ ਆਨਸਰ ਕਰ ਰਹੀ ਹੋਊਗੀ, ਮੈਨੂੰ ਉੱਤਰ ਦੇ ਰਹੀ ਹੋਊਗੀ, ਉਹੀ ਮੇਰੇ ਕੋਲੇ ਨਾਊਨ ਹੈ। ਤੁਸੀਂ ਕਹੋਗੇ ਜੀ ਕੀ ਮਤਲਬ ਇਹਦਾ? ਹੁਣ ਸਮਝੋ, ਆ ਮੈਂ ਇੱਕ ਲਿਖਤਾ ਜੀ ਤੁਹਾਡੇ ਕੋਲੇ ਸੈਂਟੈਂਸ, ਦਾ ਬॉय ਬੌਟ ਆ ਪੈਨ, ਦਾ ਬॉय ਬੌਟ ਆ ਪੈਨ। ਹੁਣ ਤੁਸੀਂ ਇਸ ਸੈਂਟੈਂਸ ਤੋਂ ਮੈਂ ਪਹਿਲਾ ਸਵਾਲ ਪੁੱਛਦਾ, ਹੂ ਬੌਟ ਆ ਪੈਨ, ਹੂ ਬੌਟ ਆ ਪੈਨ, ਕਿਸਨੇ ਪੈਨ ਨੂੰ ਖਰੀਦਿਆ? ਤਾਂ ਤੁਸੀਂ ਉੱਤਰ ਦੋਗੇ ਜੀ ਦਾ ਬॉय। ਇਹਦਾ ਮਤਲਬ ਫਿਰ ਦਾ ਬॉय ਕੀ ਹੋ ਗਿਆ? ਦਾ ਬॉय ਹੋ ਗਿਆ ਸਾਡੇ ਕੋਲੇ ਜੀ ਨਾਊਨ, ਨਾਮ ਹੋਇਆ। ਅੱਛਾ, ਦੂਜਾ ਸਵਾਲ ਪੁੱਛਦਾ, ਦਾ ਬॉय ਬੌਟ ਵਟ, ਦਾ ਬॉय ਬੌਟ ਵਟ, ਮੁੰਡੇ ਨੇ ਕੀ ਖਰੀਦਿਆ? ਤਾਂ ਤੁਸੀਂ ਉੱਤਰ ਦੋਗੇ ਜੀ ਆ ਪੈਨ। ਤਾਂ ਇਹਦਾ ਮਤਲਬ ਫਿਰ ਆ ਪੈਨ ਵੀ ਕੀ ਹੋਇਆ? ਇਹ ਵੀ ਨਾਊਨ ਹੋਇਆ। ਤਾਂ ਵੈਰੀ ਸਿੰਪਲ, ਵਟ, ਹੂ, ਹੂਮ ਸਵਾਲ ਪੁੱਛੋ ਤੁਹਾਡੇ ਦਿੱਤੇ ਹੋਏ ਸੈਂਟੈਂਸ ਤੋਂ, ਤੇ ਜਿਹੜੀ ਚੀਜ਼ ਉਹਦੇ ਵਿੱਚੋਂ ਵਾਪਸ ਰਿਸਪੌਂਡ ਤੁਹਾਨੂੰ ਉੱਤਰ ਦੀ ਫਾਰਮ 'ਚ ਕਰੂਗੀ ਉਹੀ ਤੁਹਾਡੇ ਕੋਲੇ ਨਾਊਨ ਹੋਊਗੀ। ਹੋਰ ਦੇਖਦੇ ਆਪਾਂ, ਦ ਕੈਪਟਨ ਸਿਲੈਕਟਡ ਦਾ ਟੀਮ। ਪਹਿਲਾ ਸਵਾਲ ਪੁੱਛੋਗੇ ਹੂ ਸਿਲੈਕਟਡ ਦਾ ਟੀਮ, ਤਾਂ ਉੱਤਰ ਮਿਲੂਗਾ ਤੁਹਾਨੂੰ ਕੈਪਟਨ, ਦਾ ਕੈਪਟਨ। ਤਾਂ ਦਾ ਕੈਪਟਨ ਕੀ ਹੋ ਗਿਆ? ਨਾਊਨ ਹੋ ਗਿਆ। ਦੂਸਰਾ ਸਵਾਲ ਪੁੱਛਿਆ ਮੈਨੂੰ, ਦ ਕੈਪਟਨ ਸਿਲੈਕਟਡ ਵਟ, ਕੈਪਟਨ ਨੇ ਕੀ ਸਿਲੈਕਟ ਕਰਿਆ? ਤੁਸੀਂ ਕਹੋਗੇ ਦਾ ਟੀਮ, ਤਾਂ ਦਾ ਟੀਮ ਵੀ ਕੀ ਹੋ ਗਈ ਮੇਰੇ ਕੋਲੇ? ਇਹ ਵੀ ਨਾਊਨ ਹੋ ਗਿਆ। ਇਹ ਤੋਂ ਇਲਾਵਾ ਇਹ ਵੈਸੇ ਇੱਥੇ ਮੈਂ ਤੁਹਾਨੂੰ ਦੱਸਦਾ ਨਾ, ਪਰ ਜਦੋਂ ਮੈਂ ਤੁਹਾਨੂੰ ਐਡਵਰਬ ਪੜ੍ਹਾਊਂਗਾ, ਐਡਵਰਬ ਦੇ ਵਿੱਚ ਆਪਾਂ ਇਹਨੂੰ ਹੋਰ ਡਿਟੇਲ ਦੇ ਵਿੱਚ ਪੜ੍ਹਾਂਗੇ। ਜੇ ਤੁਹਾਡੇ ਕੋਲੋਂ ਵਾਕ 'ਚ ਵੈਨ ਤੇ ਵੇਅਰ ਦਾ ਆਨਸਰ ਜਿੱਥੋਂ ਮਿਲਦਾ ਹੁੰਦਾ ਹੈ, ਉਹ ਚੀਜ਼ ਜਿਹੜੀ ਵੀ ਚੀਜ਼ ਇਹਨੂੰ ਆਨਸਰ ਕਰ ਰਹੀ ਹੁੰਦੀ ਹੈ ਪੂਰੇ ਸੈਂਟੈਂਸ 'ਚ, ਉਹਨੂੰ ਅਸੀਂ ਬੋਲ ਦਿੰਦੇ ਹਾਂ ਜੀ ਉਹ ਕੀ ਹੈ? ਐਡਵਰਬ ਹੈ, ਠੀਕ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਸੌਰੀ ਮੈਂ ਲਿਖਿਆ ਸ਼ਿਖਾ ਵਿਲ ਕਮ ਟਮੋਰੋ। ਹੁਣ ਇਹਦੇ ਵਿੱਚ ਪਹਿਲਾ ਕੁਐਸਚਨ ਤਾਂ ਮੈਂ ਪੁੱਛਿਆ ਹੂ ਵਿਲ ਕਮ ਟਮੋਰੋ,
ਤਾਂ ਉੱਤਰ ਕੱਢ ਕੇ ਕੀ ਮਿਲਿਆ ਮੈਨੂੰ ਕਿ ਸ਼ਿਖਾ। ਤਾਂ ਸ਼ਿਖਾ ਕੀ ਹੋਗੀ? ਨਾਊਨ ਹੋਗੀ, ਕਿਉਂਕਿ ਹੂ ਦਾ ਆਨਸਰ ਕਰ ਰਹੀ ਹੈ। ਜੇ ਦੂਸਰਾ ਸਵਾਲ ਪੁੱਛਿਆ ਜਾਵੇ ਸ਼ਿਖਾ ਵਿਲ ਕਮ ਵੈਨ ਜਾਂ ਵੈਨ ਵਿਲ ਸ਼ਿਖਾ ਕਮ, ਤਾਂ ਉੱਤਰ ਮਿਲਿਆ ਸ਼ਿਖਾ ਵਿਲ ਕਮ ਟਮੋਰੋ। ਇਹਦਾ ਮਤਲਬ ਫਿਰ ਟਮੋਰੋ ਕੀ ਹੈ? ਵੈਨ ਦਾ ਆਨਸਰ ਦੇ ਰਿਹਾ ਤਾਂ ਇਹ ਕੀ ਹੋਊਗਾ? ਐਡਵਰਬ ਹੋਊਗਾ। ਠੀਕ ਹੈ, ਇਹਨੂੰ ਇੱਥੇ ਛੱਡ ਦਿਓ, ਬਸ ਥੋੜਾ ਜਿਹਾ ਇੱਕ ਆਈਡੀਆ ਦੇਤਾ ਮੈਂ। ਅਦਰਵਾਈਜ਼ ਐਡਵਰਬ ਦੇ ਵਿੱਚ ਹੀ 2 ਸਪੈਸ਼ਲ ਲੈਕਚਰਾਂ ਦੇ ਵਿੱਚ ਮੈਂ ਘੰਟੇ ਦੇ ਲਗਭਗ ਲੈਕਚਰ ਹੋਣਗੇ। ਇੰਨੀ ਡਿਟੇਲ ਦੇ ਵਿੱਚ ਐਡਵਰਬ ਪੜਾਊਂਗਾ ਕਿ ਐਡਵਰਬ ਦਾ ਕੋਈ ਵੀ ਚੀਜ਼ ਆਪਾਂ ਸਕਿਪ ਨਹੀਂ ਕਰਾਂਗੇ, ਤੁਹਾਨੂੰ ਇੱਕ ਚੀਜ਼ ਕਲੀਅਰ ਹੋਊਗੀ। ਤਾਂ ਸਮਝ ਗਏ? ਤਾਂ ਇਹ ਮੇਰੇ ਕੋਲੇ ਇੱਕ ਹਿਸਾਬ ਹੋ ਗਿਆ ਕਿ ਮੈਂ ਕਿਵੇਂ ਪਹਿਚਾਣ ਕਿਵੇਂ ਕਰਨੀ ਹੈ, ਆਇਡੈਂਟੀਫਾਈ ਕਿਵੇਂ ਕਰਨਾ ਇੱਕ ਨਾਊਨ ਨੂੰ। ਮੈਂ ਉਮੀਦ ਕਰਦਾ ਕਿ ਆਹ ਗੱਲ ਤੁਹਾਡੇ ਪਤੇ ਵੱਲੇ ਵੜ ਗਈ ਹੋ ਦਿਮਾਗ ਦੇ ਵਿੱਚ। ਹੁਣ ਆਪਾਂ ਚੱਲਦੇ ਹਾਂ ਇਹਦੇ ਪ੍ਰਕਾਰਾਂ ਦੇ ਉੱਤੇ, ਟਾਈਪਸ ਦੇ ਉੱਤੇ। ਟਾਈਪਸ 'ਚ ਸਭ ਤੋਂ ਪਹਿਲਾਂ ਆਉਂਦਾ ਪ੍ਰੋਪਰ ਨਾਊਨ। ਪ੍ਰੋਪਰ ਨਾਊਨ ਨਾਲ ਹੀ ਇਹਨੂੰ ਮੈਂ ਪੰਜਾਬੀ ਦੇ ਲਿੰਕ ਕਰਦਾ, ਇਹਨੂੰ ਅਸੀਂ ਬੋਲ ਦਿੰਦੇ ਹਾਂ ਖਾਸ ਨਾਮ। ਤੁਹਾਨੂੰ ਖਾਸ ਨਾਮ ਪਤਾ ਹੋਊਗਾ ਕਿ ਖਾਸ ਕਿਸੇ ਪਰਟੀਕੂਲਰ ਕਿਸੇ ਸਪੈਸੀਫਿਕ ਚੀਜ਼ ਨੂੰ ਜਦੋਂ ਮੈਂ ਬੋਲਣਾ ਹੈ ਤਾਂ ਮੈਂ ਖਾਸ ਨਾਮ ਕਹਿ ਦੇਣਾ। ਜਿਵੇਂ ਤਾਜ ਮਹਿਲ, ਹੁਣ ਤਾਜ ਮਹਿਲ ਤਾਂ ਦੁਨੀਆ 'ਚ ਇੱਕੋ ਹੀ ਹੈ ਨਾ, ਤਾਂ ਉਹ ਆਪਣੇ ਆਪ ਦੇ ਵਿੱਚ ਹੈ ਨਾਮ ਹੈ ਕਿਉਂਕਿ ਕਿਸੇ ਜਗ੍ਹਾ ਦਾ ਨਾਮ ਹੈ। ਤਾਂ ਜੇ ਨਾਮ ਵੀ ਕਿਹੜੇ ਤਰ੍ਹਾਂ ਦਾ? ਖਾਸ ਨਾਮ ਹੋ ਗਿਆ। ਜਿਵੇਂ ਮੈਂ ਇੱਕ ਸਿੰਪਲ ਬੋਲਤਾ ਕਿ ਬॉयਜ਼, ਮੁੰਡਿਆਂ ਨੇ ਇਹ ਖੇਡ ਖੇਡੀ। ਹੁਣ ਮੁੰਡੇ ਤਾਂ ਇੱਕ ਕਾਮਨ ਜਿਹਾ ਸ਼ਬਦ ਹੈ, ਮੁੰਡੇ ਕਿਸੇ ਲਈ ਵੀ ਵਰਤਿਆ ਜਾ ਸਕਦਾ। ਕਿਸੇ ਪਰਟੀਕੂਲਰ ਮੁੰਡੇ ਦਾ ਨਾਮ ਲੈ ਕੇ ਤਾਂ ਨਹੀਂ ਮੈਂ ਕਿਹਾ ਸਪੈਸੀਫਿਕ ਦਾ। ਜੇ ਮੈਂ ਕਿਹਾ ਕਿ ਉਸ ਮੁੰਡੇ ਨੇ ਬਹੁਤ ਵਧੀਆ ਗੇਮ ਖੇਡੀ, ਫਿਰ ਤਾਂ ਗੱਲ ਹੈਗੀ ਆ ਵੀ ਹਾਂ ਉਹਨੂੰ ਮੈਂ ਇੱਕ ਸਪੈਸੀਫਿਕ ਮੁੰਡੇ ਨੂੰ ਇਹ ਸੰਦਰਭ 'ਚ ਰੱਖ ਕੇ ਗੱਲ ਬੋਲ ਰਿਹਾ, ਤਾਂ ਉਹ ਤਾਂ ਹੋ ਗਈ ਮੇਰੇ ਕੋਲੇ ਕਿਹੜੀ ਕੈਟੇਗਰੀ ਦੇ ਵਿੱਚ? ਪ੍ਰੋਪਰ ਨਾਊਨ 'ਚ। ਤਾਂ ਪ੍ਰੋਪਰ ਨਾਊਨ 'ਚ ਰਾਮ, ਦਿੱਲੀ, ਕਿਸੇ ਦਾ ਸਪੈਸੀਫਿਕ ਨਾਮ ਲੈ ਕੇ ਜਦੋਂ ਆਪਾਂ ਬੋਲਦੇ ਹਾਂ, ਤੇ ਇਹਦੇ 'ਚ ਇੱਕ ਚੀਜ਼ ਹੋਰ ਹੁੰਦੀ ਹੈ, ਜਿਹੜਾ ਪਹਿਲਾ ਲੈਟਰ ਹੁੰਦਾ ਉਹ ਹਮੇਸ਼ਾ ਇਨੀਸ਼ੀਅਲ ਲੈਟਰ ਆਪਾਂ ਵੱਡਾ ਰੱਖਦੇ ਹਾਂ। ਜਿਵੇਂ ਕਿਸੇ ਦਾ ਨਾਮ ਪਾਉਣਾ ਤਾਂ ਰਾਮ ਦਾ ਆਰ ਵੱਡਾ ਆ ਗਿਆ, ਸ਼ਹਿਰ ਦਾ ਨਾਮ ਪਾਇਆ ਦਿੱਲੀ, ਦਿੱਲੀ ਦਾ ਡੀ ਵੱਡਾ ਹੋਣਾ ਚਾਹੀਦਾ। ਜਿਵੇਂ ਅੰਮ੍ਰਿਤਸਰ ਸਾਹਿਬ ਦਾ ਨਾਮ ਪਾਤਾ, ਹਰਮੰਦਰ ਸਾਹਿਬ ਪਾਤਾ ਤਾਂ ਐਚ ਵੱਡਾ ਆਊਗਾ। ਠੀਕ ਹੈ, ਤਾਂ ਇਹ ਬੜੇ ਕਾਮਨ ਜੀਆਂ ਚੀਜ਼ਾਂ ਨੇ ਤੇ ਇਹਨਾਂ ਦੇ ਅੱਗੇ ਕੋਈ ਆਰਟੀਕਲ ਦਾ ਇਸਤੇਮਾਲ ਨਹੀਂ ਹੁੰਦਾ। ਆਰਟੀਕਲ ਮਤਲਬ AND ਜਿਹੜਾ ਅਸੀਂ ਇਸਤੇਮਾਲ ਕਰਦੇ ਹਾਂ, ਉਹਨਾਂ 'ਚੋਂ ਕੋਈ ਆਰਟੀਕਲ ਨਹੀਂ ਇਹਨਾਂ ਦੇ ਨਾਲ ਲੱਗਦਾ ਪ੍ਰੋਪਰ ਨਾਊਨ ਦੇ ਨਾਲ। ਆ ਵੀ ਸਾਨੂੰ ਪਤਾ ਹੋਣਾ ਚਾਹੀਦਾ। ਵੈਸੇ ਬੜੀ ਕਾਮਨ ਜੀ ਗੱਲ ਆ, ਮੈਂ ਉਮੀਦ ਕਰਦਾ ਕਿ ਇੰਨਾ ਕੁ ਤਾਂ ਤੁਹਾਨੂੰ ਆਈਡੀਆ ਹੋਊਗਾ। ਦੂਜੀ ਗੱਲ ਹੋ ਗਈ ਮੇਰੇ ਕੋਲੇ ਕਾਮਨ ਨਾਊਨ। ਕਾਮਨ ਨਾਊਨ ਕਿਹੜਾ ਹੁੰਦਾ? ਜਿਹੜਾ ਕਿ ਇੱਕ ਬੇਸਿਕ ਕਲਾਸ ਨੂੰ, ਜਿਵੇਂ ਕਾਰ, ਆਕਾਰ, ਅ ਸਿਟੀ। ਹੁਣ ਕਾਰਾਂ ਲੱਖਾਂ ਕਾਰਾਂ ਤੁਰੀਆਂ ਫਿਰਦੀਆਂ ਨੇ, ਕਿੰਨੀਆਂ ਕੰਪਨੀਆਂ ਦੇ ਨੇ। ਪਹਿਲਾਂ ਤਾਂ ਉਹਨਾਂ ਦੀ ਕੰਪਨੀ ਦੇ ਨਾਮ ਅੱਡ ਨੇ, ਸਪੈਸੀਫਿਕ ਕਾਰ ਦਾ ਨਾਮ ਅੱਡ ਹੈ। ਤਾਂ ਜਦੋਂ ਕਿਸੇ ਸਪੈਸੀਫਿਕ ਕਾਰ ਨੂੰ ਬੁਲਾਊਂਗਾ ਮੈਂ, ਜਿਵੇਂ ਮੈਂ ਸਪੋਜ਼ ਕਹਿ ਦੇਣਾ ਟੋਇਟਾ। ਠੀਕ ਹੈ, ਟੋਇਟਾ ਇੱਕ ਕੰਪਨੀ ਦਾ ਨਾਮ ਹੈ। ਟੋਇਟਾ ਦੇ ਨਾਲ ਵੀ ਇੱਕ ਸਪੈਸੀਫਿਕ ਸੈਂਸ ਤਾਂ ਜੁੜ ਰਹੀ ਹੈ ਵੀ ਟੋਇਟਾ ਦੇ ਕੰਟੈਕਸਟ 'ਚ ਗੱਲ ਕੀਤੀ ਹੈ, ਪਰ ਟੋਇਟਾ ਤੋਂ ਵੀ ਜਦੋਂ ਤੁਸੀਂ ਕਿਸੇ ਕਾਰ ਦਾ ਨਾਮ ਲੈ ਦਿੰਦੇ ਹੋ, ਠੀਕ ਹੈ, ਜਿਵੇਂ ਆਪਾਂ ਨੇ ਨਾਮ ਫੋਰਚੂਨਰ ਲੈਦਾ, ਤਾਂ ਫੋਰਚੂਨਰ ਆਪਾਂ ਨੂੰ ਪਤਾ ਕਿ ਇੱਕ ਸਪੈਸੀਫਿਕ ਕਾਰ ਦਾ ਨਾਮ ਹੈ। ਇੱਕ ਸਿੰਪਲ ਮੈਂ ਕਹਤਾ ਕਾਰ, ਜਾਂ ਮੈਂ ਸਿੰਪਲ SUV ਬੋਲਤਾ ਤਾਂ SUV ਤਾਂ ਇੱਕ ਸ਼੍ਰੇਣੀ ਦਾ ਨਾਮ ਹੈ ਨਾ, ਤਾਂ ਉਹ ਸ਼੍ਰੇਣੀ ਕਾਮਨ ਨਾਊਨ 'ਚ ਪੈ ਜਾਊਗੀ। ਜੇ ਸਪੈਸੀਫਿਕ ਹੋ ਕੇ ਤੁਸੀਂ ਪਰਟੀਕੂਲਰ ਚੀਜ਼ ਨੂੰ ਬੋਲੋਗੇ ਤਾਂ ਪ੍ਰੋਪਰ ਨਾਊਨ 'ਚ ਪੈ ਜਾਊਗਾ। ਤੀਜੀ ਚੀਜ਼ ਮੇਰੇ ਕੋਲ ਆ ਜਾਂਦੀ ਹੈ ਮਟੀਰੀਅਲ ਨਾਊਨ। ਮਟੀਰੀਅਲ ਨਾਊਨ ਜਿਹਨੂੰ ਅਸੀਂ ਵਸਤੂਵਾਚਕ ਨਾਮ ਕਹਿ ਦਿੰਦੇ ਹਾਂ, ਇਹ ਆਮ ਨਾਮ ਸੀਗਾ ਦੂਸਰਾ। ਠੀਕ ਹੈ, ਮੈਂ ਪੰਜਾਬੀ ਨਾਲ ਰਿਲੇਟ ਕਰੀ ਜਾਂਦਾ ਕਿਉਂਕਿ ਪੰਜਾਬੀ ਵੀ ਤੁਸੀਂ ਦੇਖਿਆ, ਜਿਵੇਂ ਆਪਾਂ ਨੇ ਪੰਜਾਬੀ ਵੀ ਬਹੁਤ ਡਿਟੇਲ 'ਚ ਪੜ੍ਹਾਈ ਹੈ ਮੈਂ ਤੁਹਾਨੂੰ, ਤਾਂ ਪੰਜਾਬੀ ਤੇ ਇੰਗਲਿਸ਼ ਨੂੰ ਦੋਨਾਂ ਨੂੰ ਇਕੱਠੇ ਲਿੰਕ ਕਰਕੇ ਪੜ੍ਹੋ, ਦੋਹਾਂ ਦੀ ਗੱਲ ਬਣ ਜੂਗੀ। ਨਾਲ ਉਹ ਵੀ ਸਮਝ ਆਈ ਜਾਊ, ਨਾਲ ਇਹ ਵੀ ਸਮਝ ਆਈ ਜਾਊ। ਜਿਹਨੂੰ ਅੰਗਰੇਜ਼ੀ ਆਉਂਦੀ ਹੋਊ, ਪੰਜਾਬੀ ਨਹੀਂ ਆਉਂਦੀ ਹੋਊ, ਉਹਦੇ ਲਈ ਪੰਜਾਬੀ ਸੌਖੀ ਹੋ ਜੂਗੀ। ਠੀਕ ਹੈ, ਜਿਹੜੇ ਪੰਜਾਬੀ ਬੈਕਗਰਾਊਂਡ ਤੋਂ ਆਉਂਦੇ ਨੇ, ਯਾਨੀ ਕਿ ਬੈਕਗਰਾਊਂਡ ਕਹਿਣ ਦਾ ਮਤਲਬ ਜਿਨ੍ਹਾਂ ਦੀ ਸਕੂਲਿੰਗ ਜ਼ਿਆਦਾ ਪੰਜਾਬੀ 'ਚ ਹੈ, ਉਹ ਜਦੋਂ ਪੰਜਾਬੀ ਨੂੰ ਪੜ੍ਹਨਗੇ ਉਦੋਂ ਬਾਅਦ ਨਾਲ ਅੰਗਰੇਜ਼ੀ ਜੋੜਨਗੇ, ਅੰਗਰੇਜ਼ੀ ਨਾਲ ਪੜ੍ਹਨਗੇ, ਉਹਨਾਂ ਲਈ ਅੰਗਰੇਜ਼ੀ ਸੌਖੀ ਹੋ ਜੂਗੀ। ਤਾਂ ਦੂਜੀ ਚੀਜ਼ ਦਾ ਇਹ ਵੀ ਫਾਇਦਾ ਹੋ ਜਾਂਦਾ ਜੇ ਇੱਕੋ ਹੀ ਬੰਦਾ ਦੋਹੇ ਸਬਜੈਕਟ ਪੜ੍ਹਾ ਰਿਹਾ ਤਾਂ ਉਹ ਆਪ ਵੀ ਦੋਨਾਂ ਨੂੰ ਪੂਰਾ ਇੰਟਰਲਿੰਕ ਕਰ ਰਿਹਾ ਹੋਊਗਾ। ਤਾਂ ਇਹ ਵੀ ਤੁਹਾਡੇ ਲਈ ਬੈਨੀਫਿਟ ਹੋ ਸਕਦਾ ਕਿ ਪੰਜਾਬੀ ਅੰਗਰੇਜ਼ੀ ਦੋਨੋਂ ਜਦੋਂ ਇੱਕ ਬੰਦਾ ਕਰਾ ਰਿਹਾ ਤਾਂ ਦੋਨਾਂ ਨੂੰ ਇੰਟਰਲਿੰਕ ਕਰਕੇ ਪੜ੍ਹਨਾ ਤੇ ਸਮਝਣਾ ਦੋਨੋਂ ਚੀਜ਼ਾਂ ਸੌਖੀਆਂ ਹੋ ਸਕਦੀਆਂ ਨੇ ਤੁਹਾਡੇ ਲਈ। ਦੋਨਾਂ ਨੂੰ ਮੇਰੀ ਤਾਂ ਹਦਾਇਤ ਇਹੀ ਹੈ ਕਿ ਜਿਹੜੇ ਵੀ ਆਪਣੇ ਨਾਲ ਸਟੂਡੈਂਟ ਜੁੜੇ ਹੋਏ ਨੇ ਉਹ ਸਾਰੇ ਦੋਨਾਂ ਸਬਜੈਕਟਾਂ ਨੂੰ ਪੈਰਲਲੀ ਲੈ ਕੇ ਖਤਮ ਕਰਨ। ਦੋਨੇ ਆਨਲਾਈਨ ਜਦੋਂ ਪੜ੍ਹ ਰਹੇ ਨੇ ਨਾਲ ਨਾਲ ਅੰਗਰੇਜ਼ੀ ਤੇ, ਜਿਵੇਂ ਅੰਗਰੇਜ਼ੀ ਦਾ ਜੇ ਤੁਸੀਂ ਨੇ ਨਾਊਨ ਸੁਣ ਲਿਆ ਨਾਲ ਹੀ ਪੰਜਾਬੀ ਵਾਲਾ ਨਾਮ ਨਿਬੇੜ ਦਿਓ। ਜਦੋਂ ਪ੍ਰਨਾਊਨ ਸੁਣਿਆ ਨਾਲ ਹੀ ਤੁਸੀਂ ਕੀ ਕਰਨਾ, ਪੜਨਾਮ ਨਿਬੇੜ ਦੇਣਾ। ਹੈ ਤਾਂ ਉਹੀ ਸੇਮ ਹੈ, ਸਾਰੇ ਟੋਟਲੀ ਚੈਪਟਰ ਉਹੀ ਸੇਮ ਪੰਜਾਬੀ ਦੇ ਨੇ, ਉਹੀ ਅੰਗਰੇਜ਼ੀ ਦੇ ਵਿੱਚ ਪੜ੍ਹਾਏ ਹੋਏ ਨੇ, ਕੋਈ ਫਰਕ ਨਹੀਂ ਹੈਗਾ। ਗ੍ਰਾਮਰ ਤਾਂ ਸੇਮ ਹੀ ਹੈ ਯਾਰ, ਬਸ ਨਾਮ ਬਦਲ ਜਾਂਦੇ ਨੇ। ਅੰਗਰੇਜ਼ੀ ਦੇ ਵਿੱਚ ਅੰਗਰੇਜ਼ੀ ਦਾ ਸ਼ਬਦ ਬੋਲ ਦਾਂਗੇ, ਪੰਜਾਬੀ 'ਚ ਪੰਜਾਬੀ ਦਾ ਸ਼ਬਦ ਬੋਲ ਦਾਂਗੇ, ਇੰਨੀ ਉਹ ਗੱਲ ਹੈ। ਮਟੀਰੀਅਲ ਨਾਊਨ ਦੀ ਗੱਲ ਕਰ ਲਈਏ, ਮਤਲਬ ਕਿ ਵਸਤੂਵਾਚਕ ਨਾਮ, ਜਦੋਂ ਅਸੀਂ ਨੇਮ ਆਫ ਸਬਸਟਾਂਸ ਜਾਂ ਮੈਟਰ ਦੀ ਗੱਲ ਕਰਦੇ ਹਾਂ, ਜਿਵੇਂ ਗੋਲਡ, ਸਿਲਵਰ, ਮਿਲਕ, ਕੋਈ ਵੀ, ਠੀਕ ਹੈ, ਉਹ ਚੀਜ਼ ਵਸਤੂਵਾਚਕ ਹੋ ਗਈ ਜਿਨ੍ਹਾਂ ਨੂੰ ਤੁਸੀਂ ਗੋਲਡ, ਸਿਲਵਰ ਚੀਜ਼ਾਂ ਦੇ ਵਿੱਚ ਕਾਊਂਟ ਕਰਦੇ ਹੋ, ਠੀਕ ਹੈ, ਥਿੰਗਸ ਕਾਊਂਟ ਕਰਦੇ ਆ, ਤਾਂ ਉਹ ਮਟੀਰੀਅਲ ਨਾਊਨ ਦੀ ਕੈਟੇਗਰੀ 'ਚ ਆ ਜਾਊਗੀ। ਚੌਥਾ ਕਲੈਕਟਿਵ ਨਾਊਨ ਹੁੰਦਾ ਹੈ, ਜਿਹਨੂੰ ਮੈਂ ਪੰਜਾਬੀ 'ਚ ਬੋਲਦਾ ਨਾ ਇਕੱਠਵਾਚਕ। ਇਕੱਠਵਾਚਕ ਨਾਮ, ਇਕੱਠਵਾਚਕ ਮਤਲਬ ਜਦੋਂ ਅਸੀਂ ਇੱਕ ਗਰੁੱਪ ਨੂੰ
यानी कि एक ग्रुप ਨੂੰ स्पैसिफिक शब्द ਨਾਲ ਬੋਲਦੇ ਆ। ਜਿਵੇਂ ਆਪਾਂ ਕਹਿ ਦਈਏ टीम ऑफ क्रिकेट, ਹੁਣ क्रिकेट की टीम 'ਚ 11 मैंबर ਹੁੰਦੇ ਨੇ ਪਰ ਉਹ 11 ਦੇ 11 ਦੇ ग्रुप ਨੂੰ टीम ਕਹਿ ਦਿੱਤਾ ਗਿਆ। ठीक है, जिमें होर शब्द टीम हो गया, फैमिली हो गया, क्लास हो सकती है नंबर ऑफ पीपल की। ठीक है, जिमें विवी है ग्रुप ऑफ गर्ल्स ਨੂੰ ਬੋਲਿਆ ਜਾਂਦਾ ਹੁੰਦਾ। तो ये सारिया चीज़ां किहदे विच आ जांदियां ने मेरे कोले कलैक्टिव नाउन यानी कि इकट्ठवाचक नाम दे विच कवर ਹੁੰਦੀਆਂ ਨੇ। फिर मेरे को लास्ट दे विच आ गया abstract नाउन, जिन्हों असीं पंजाबी च बोलते हैं भाववाचक। भाववाचक नाम, भाववाचक मतलब जिहड़ी चीज़ नूं सिद्धा अखी तौर पर देखा ना जा सके, सिर्फ महसूस फील किया जा सकता है। तो ये किहड़ियां चीज़ां फीलिंग, एक्शन, क्वालिटी, स्टेट, आ 4 चीज़ां ये इनकलूडिड होंदियां ने। उदाहरण के तौर पर ऑनेस्टी, जिवें आपां कहते हैं ऑनेस्टी इज़ दी बेस्ट पॉलिसी। ठीक है, आपां बोलता कि ऑनेस्टी इज़ दी बेस्ट पॉलिसी। हुण क्वेश्चन पुछो व्हाट इज़ दी बेस्ट पॉलिसी, उत्तर दिता ऑनेस्टी ने, इसका मतलब फिर ऑनेस्टी की हो गया, ऑनेस्टी नाउन हो गया। तो गाहां एक एग्जामिनर थोड़ा होर डूंघाई च जा सकता है, वो कहूगा ऑनेस्टी इज़ ए व्हाट काइंड ऑफ नाउन, तो उत्तर होना चाहिए किहड़ा नाउन है जी, अबस्ट्रैक्ट नाउन। इट इज़ एग्जाम्पल ऑफ अबस्ट्रैक्ट नाउन। हर चीज़ इंटरलिंक्ड है, बिल्कुल डिटेल च कली कली चीज़ नूं लिंक करके पढ़ी जाओगे तो बहुत सौखा हो जाऊगा तुहाडे वास्ते। लाफ्टर, लव, हेटरेड, फ्रेंडशिप, चाइल्डहुड, ये सारे वो शब्द ने जिहड़े देखे नहीं जा सकते, सिर्फ महसूस किए जा सकते हैं। तो नाउन की कैटेगरी च ही आउंदे ने, ते नाउन की कैटेगरी च भी किहदे च आउंदे ने, अबस्ट्रैक्ट नाउन च आउंदे ने। तो प्रॉपर नाउन, कॉमन नाउन, मटीरियल नाउन, कलैक्टिव नाउन ते अबस्ट्रैक्ट नाउन, ये 5 तरह के नाउन साडे कोले देखण नूं मिलदे ने। ते 5 दा की फर्क है, हर कली कली चीज़ तुहानूं मैं एक्सप्लेन करती। अगे आ जाओ हुण जिन्होंने आप अफिक्सिस बोलते हैं। ठीक है, सैमी वर्ड्स यानी कि पंजाबी च वाकांश बोलिया जाता होंदा, पूरे कंप्लीट नहीं होंगे, अपने आप दे विच अध अधूरे वर्ड होंदे ने। कल्ले नूं चक लीए आपां, इहदा कोई मतलब नहीं हुंदा, ना कोई अर्थ कढदे ने, पर किसी दूजे दे नाल जिवें रूट वर्ड हो गया जिहड़ा मूल शब्द है, मूल शब्द दे नाल लग के रूट वर्ड दे नाल कोई ना कोई मीनिंग कढ के दे दिंदे ने सानूं। जिवें ये 2 तरह के पाए जाते हैं, ये प्रीफिक्स हो सकते हैं, सुफिक्स हो सकते हैं। रूट वर्ड दे जे तां तुसीं ने मूहरे लाता इहनूं फिर तो मैं कह दूंगा प्रीफिक्स, रूट वर्ड दे जे पिछे ला दोगे फिर मैं कह दूंगा सुफिक्स। ठीक है, रूट वर्ड या की कहना की चाह रहा जिवें एक उदाहरण चक लेना मैं इत्थे, जिवें मैनेज है, मैनेज करना किसी चीज़ को संभालना, उस चीज़ की मैनेजमेंट करनी, जिवें आपां बोल दिंदे हैं। ठीक है, तो मैनेज अपने आप दे विच एक रूट शब्द है, मूल शब्द है। ठीक है, हुण मैं इनू 2 तरीके नाल जिवें लिख सकदा, एक तो मैं इहदे पिछे जोड़ता मैंट, एक ही बन गया मैनेजमेंट। तो जिहड़ा दे पिछे तुसीं ने मैंट जोड़िया, इनू मैं बोलूँगा सुफिक्स, क्योंकि पिछे की लगता है सुफिक्स। हुण अगे मैं एक शब्द होर जोड़दा ना, मिस, आपां कहंदे ने मिसमैनेजमेंट हो गई, तो मिस जिहड़ा अगे जोड़िया इनू तुसीं की बोल दोगे, इनू प्रीफिक्स बोल दोगे। तो ये प्रीफिक्स ते सुफिक्स हुंदे ने, रूट शब्द नाल जुड़ के की बनाउंदे ने, एक अबस्ट्रैक्ट नाउन बनाउंदे ने, यानी कि एक भाववाचक नाम की प्रक्रिया पूरी करते हैं बनने की, उन्होंने बनाते हैं रूट के नाल जे आपां सफिक्स जोड़ दिए, बेसिकली कई जगह पर प्रीफिक्स भी जुड़ जाते हैं। ठीक है, जिवें वर्ब के नाल तुसीं जे ER या OR जोड़ देते हो तो कॉमन नाउन बन जाता है। ठीक है, किवें जिवें कई ने सुपीरीयर, जूनीयर, सीनीयर, आ सारे उदां दे शब्द ने, आउणगे अगे देखांगे। हुण सफिक्स दे विच ना किहड़ियां चीज़ां दा इस्तेमाल हुंदा पिछे लगण वालीआं, ATION, ITION, TION, ITY, आ शब्द ने जिन्ने शिप, मैंट, आईएजम, ये सारे वरते जाते हैं। पहला वो वर्ब होंदे ने, जदों ये पिछे लग जाते हैं, लगण तो बाद वो नाउन बन जाते हैं। किवें ये पेपर बहुत पुछदा है, तुहानूं 4 शब्द दे दूगा, कहूगा ये विचों नाउन पहचान के दो किहड़ा नाउन है, तो समझना है वर्ब के पिछे जे सफिक्स लग गया, पिछे किसी शब्द दे लाया पिया तो नाउन होऊगा मेरे कोले। जिवें मैनेज है, मैनेज करना अपने आप को किसी चीज़ नूं, एक वर्ब है, एक क्रिया है भी मैं आई एम मैनेजिंग दिस पर्टिकुलर प्रोग्राम, इस प्रोग्राम नूं मैं मैनेज कर रहा। ठीक है, दूजी गल कहनी द मैनेजमेंट ऑफ दिस प्रोग्राम इज अंडर मी, तो इस प्रोग्राम की मैनेजमेंट मेरे अंडर है, तो द मैनेजमेंट ऑफ दिस प्रोग्राम अपने आप की है, दैट इज़ ए नाउन, वो नाउन है। ठीक है, तुसीं आंसर भी क्वेश्चन पुछ के भी देखो, व्हाट इज यू आर अंडर या अंडर यू, व्हाट इज अंडर यू, तुसीं कहोगे द मैनेजमेंट ऑफ दिस प्रोग्राम, यही आंसर कर रहा ना, तो जे आंसर कर रहा फिर एक ही चीज़ होगी, नाउन होगी। तो मैनेज अपने आप च वर्ब है, तो वो पिछे ENT जिहड़ा सफिक्स लग गया, इन्हू की बनाता, नाउन बनाता। स्कॉलर होना, तो वो पिछे जे स्कॉलर के पिछे आप SHIP जोड़ दिए शिप, तो स्कॉलरशिप अपने आप दे विच की है, स्कॉलरशिप अपने आप दे विच नाउन है। रिजैक्ट
ਇੱਕ ਵਰਬ ਹੈ, ਪਿੱਛੇ ION ਜੋੜ ਦੋਗੇ, ਰਿਜੈਕਸ਼ਨ ਬਣਾ ਦੋਗੇ ਤਾਂ ਇਹ ਆਪਣੇ ਆਪ 'ਚ ਕੀ ਬਣ ਜੂਗਾ, ਇੱਕ ਨਾउन ਬਣ ਜੂਗਾ। ਹੋਰ ਦੇਖਦੇ ਹਾਂ, ਡਿਸਾਈਡ ਕਰਨਾ, ਆਈ ਹੈਵ ਡਿਸਾਈਡਡ, ਮੈਂ ਫੈਸਲਾ ਕਰ ਲਿਆ। ਤਾਂ ਫੈਸਲਾ ਕੀਤਾ, ਇੱਕ ਕੋਈ ਕਿਰਿਆ ਕੀਤੀ ਹੈ, ਵਰਬ ਹੈ, ਪਰ ਜਦੋਂ ਇਹਦੇ ਪਿੱਛੇ ਤੁਸੀਂ ISION ਲਾ ਦੋਗੇ ਡਿਸੀਜ਼ਨ, ਤਾਂ ਡਿਸੀਜ਼ਨ ਕੀ ਬਣ ਜੂਗੀ, ਡਿਸੀਜ਼ਨ ਆਪਣੇ ਆਪ ਦੇ ਵਿੱਚ ਇੱਕ ਨਾउन ਬਣ ਜੂਗੀ। ਸੇਮ ਰਿਵਾਈਜ਼ ਦਾ ਰਿਵੀਜ਼ਨ, ਲਾਈਵ ਤੇ ਲਾਈਫ, ਲਾਈਵ ਇਜ਼ ਯੂਅਰ ਕੀ ਹੈ ਪਾਰਟਿਕੂਲਰ ਵਰਬ, ਤੇ ਲਾਈਫ ਨੂੰ ਬਣਾ ਦੋਗੇ ਤਾਂ ਕੀ ਹੋ ਜਾਊਗਾ ਮੇਰੇ ਕੋਲੇ, ਦੈਟ ਇਜ਼ ਨਾउन। ਡੂ ਦਾ ਡੀਡ, ਐਕਸਪੈਕਟ ਵਰਬ ਤੇ ਪਿੱਛੇ TION ਲਾ ਦੋ, ਐਕਸਪੈਕਟੇਸ਼ਨ, ਤਾਂ ਦੈਟ ਇਜ਼ ਯੂਅਰ ਕੀ ਕਵਾਂਗੇ ਜੀ, ਨਾउन। ਪੂਅਰ ਦਾ ਪਾਵਰਟੀ ਜਾਂ ਪੂਅਰਨੈਸ ਦੋਨੋਂ ਹੀ ਨਾउन ਦੇ ਤੌਰ ਤੇ ਵਰਤੇ ਜਾ ਸਕਦੇ ਨੇ। ਤਾਂ ਸਮਝ ਗਏ, ਤਾਂ ਇਹ ਐਗਜ਼ਾਮੀਨਰ ਪੁੱਛਦੇ ਆ ਤੁਹਾਨੂੰ, ਕਹਿ ਸਕਦੇ ਨੇ ਕਿ ਪੂਅਰ ਦਾ ਮੈਨੂੰ ਇਹਦਾ ਨਾउन ਕੀ ਬਣੇਗਾ, ਠੀਕ ਹੈ। ਤਾਂ ਪੂਅਰਨੈਸ ਜਾਂ ਪਾਵਰਟੀ ਆਪਸ਼ਨ 'ਚ ਹੋ ਸਕਦੀ ਹੈ, ਤਾਂ ਤੁਸੀਂ ਨਾउन ਬਣਾ ਕੇ ਦੇਣਾ ਹੈ, ਨਾउन ਪਹਿਚਾਣੋ, ਜਾਂ ਫਿਰ 4 ਆਪਸ਼ਨਾਂ ਦੇ ਕੇ ਇਹਨਾਂ ਦੇ ਵਿੱਚੋਂ ਨਾउन ਕਿਹੜਾ ਹੈ ਇਹ ਚੀਜ਼ ਕੱਢ ਕੇ ਦਿਓ। ਤਾਂ ਕਿਸੇ ਵੀ ਤਰੀਕੇ ਨਾਲ ਕੁਐਸਚਨ ਪੁੱਟ ਹੋ ਸਕਦਾ ਹੈ। ਹੁਣ ਆਪਾਂ ਕੈਟਾਗਰੀਜ਼ ਤੇ ਚੱਲੀਏ। ਬੇਸਿਕਲੀ 2 ਤਰ੍ਹਾਂ ਦੇ ਨਾउन ਮਿਲਦੇ ਨੇ ਦੇਖਣ ਨੂੰ, ਇੱਕ ਕਾਊਂਟੇਬਲ ਹੁੰਦੇ ਨੇ, ਇੱਕ ਅਨਕਾਊਂਟੇਬਲ ਹੁੰਦੇ ਨੇ। ਵੈਰੀ ਸਿੰਪਲ, ਜਿਨ੍ਹਾਂ ਨੂੰ ਗਿਣ ਸਕਦੇ ਆ, ਠੀਕ ਹੈ, ਉਹਨਾਂ ਨੂੰ ਕਾਊਂਟੇਬਲ ਕੈਟਾਗਰੀ 'ਚ ਰੱਖ ਦਿੰਦੇ ਆ। ਤੇ ਜ਼ਿਆਦਾਤਰ ਜਿਹੜੇ ਕਾਊਂਟੇਬਲ ਕੈਟਾਗਰੀ ਵਾਲੇ ਹੁੰਦੇ ਨੇ ਨਾ, ਜੇ ਤਾਂ ਉਹਨਾਂ ਨੂੰ ਤੁਸੀਂ ਸਿੰਗੂਲਰ ਤੌਰ ਤੇ ਵਰਤਣਾ ਹੈ ਤਾਂ ਉਹਨਾਂ ਦੇ ਪਿੱਛੇ SES ਲਾਉਣ ਦੀ ਲੋੜ ਨਹੀਂ। ਜੇ ਉਹਨੂੰ ਤੁਸੀਂ ਪਲੂਰਲ ਤੌਰ ਤੇ ਯਾਨੀ ਕਿ ਬਹੁਵਚਨ ਦੇ ਤੌਰ ਤੇ ਵਰਤਣਾ ਹੈ ਤਾਂ ਪਿੱਛੇ SES ਉਹ ਵਰਤਦੇ ਨੇ। ਜਿਵੇਂ ਸਟਾਰ, ਰਿੰਗ, ਕਾਰ, ਇਹ ਸਾਰੇ ਕੀ ਨੇਗੇ, ਸਿੰਗੂਲਰ ਨੇ। ਹੁਣ ਜੇ ਤੁਸੀਂ ਬਹੁਤਿਆਂ ਦੀ ਗੱਲ ਕਰਨੀ ਤਾਂ ਮੈਂ ਬੋਲ ਦੂੰਗਾ ਸਟਾਰਸ, ਪਿੱਛੇ S ਲਾ ਦੂੰਗਾ, ਰਿੰਗ ਦੇ ਪਿੱਛੇ ਰਿੰਗਸ ਬਣਾ ਦੂੰਗਾ, ਕਾਰ ਦੇ ਪਿੱਛੇ ਕਾਰਸ ਬਣਾ ਦੂੰਗਾ। ਆ ਤਾਂ ਹੈਗੀ ਆ ਕਾਊਂਟੇਬਲ ਦੀ ਕਹਾਣੀ। ਜੇ ਤੁਸੀਂ ਸਿੰਗੂਲਰ ਹੈ ਤਾਂ ਹੈਲਪਿੰਗ ਵਰਬ ਵੀ ਸਿੰਗੂਲਰ ਜਾਊਗਾ, ਇਜ਼, ਐਮ, ਆਰ ਜਾਂ ਵਾਜ਼ ਦੀ, ਇਜ਼ ਦੀ ਐਮ ਦਾ ਇਸਤੇਮਾਲ ਕਰੋਗੇ, ਇਜ਼ ਦਾ ਇਸਤੇਮਾਲ ਕਰੋਗੇ ਜਾਂ ਵਾਜ਼ ਦਾ ਇਸਤੇਮਾਲ ਕਰੋਗੇ। ਜਦੋਂ ਮੇਰੇ ਕੋਲੇ ਅਨਕਾਊਂਟੇਬਲ ਨਾउन ਪਲੂਰਲ ਹੈ, ਪਲੂਰਲ ਦੇ ਕੇਸ 'ਚ ਓਬਵੀਅਸਲੀ ਜਦੋਂ ਚੀਜ਼ਾਂ ਵੱਧ ਹੋ ਗਈਆਂ ਤਾਂ ਮੈਨੂੰ ਜਿਹੜਾ ਤੁਹਾਡਾ ਹੈਲਪਿੰਗ ਵਰਬ ਹੈ ਉਹ ਵੀ ਕੀ ਲਾਉਣਾ ਪਊ, ਪਲੂਰਲ ਲਾਉਣਾ ਪਊ। ਉਹ ਜਾਂ ਵਾਜ਼ ਲਾਓ, ਵਾਜ਼ ਨਹੀਂ ਯੂਜ਼ ਕਰੋਗੇ, ਜਾਂ ਤਾਂ ਯੂਜ਼ ਕਰੋ ਵਰ ਜਾਂ ਯੂਜ਼ ਕਰੋ ਆਰ। ਇਹ ਕਿਹੜੇ ਕੇਸ 'ਚ ਤੁਹਾਨੂੰ ਪਤਾ ਹੀ ਹੈ, ਜਾਂ ਯੂਜ਼ ਕਰੋ ਹੈਵ। ਇਹ ਤਾਂ ਅਕੋਰਡਿੰਗ ਟੂ ਕਿਹੜਾ ਟੈਂਸ ਯੂਜ਼ ਕਰ ਰਹੇ ਆ ਉਹਦੇ ਅਕੋਰਡਿੰਗਲੀ ਆਪਾਂ ਨੂੰ ਮਤਲਬ ਹੈਲਪਿੰਗ ਵਰਬ ਤੁਹਾਡਾ ਪਲੂਰਲ ਹੋਣਾ ਚਾਹੀਦਾ। ਸੇਮ ਕਹਾਣੀ ਹੁਣ ਅਨਕਾਊਂਟੇਬਲ 'ਚ ਕੀ ਹੈ, ਇੱਥੇ ਕੀ ਹੈ ਕਿ ਇੱਥੇ ਮੇਰੇ ਕੋਲੇ ਅਨਕਾਊਂਟੇਬਲ ਨੇ, ਗਿਣੇ ਨਹੀਂ ਜਾ ਸਕਦੇ। ਹੁਣ ਜਿਵੇਂ ਖੰਡ ਹੈ, ਹੁਣ ਇਹ ਥੋੜੀ ਨਾ ਖੰਡ ਦੇ ਇਕੱਲੇ ਦਾਣੇ ਨੂੰ ਗਿਣਨ ਲੱਗ ਜਾਓਗੇ, ਜਾਂ 골ਡ ਮਟੀਰੀਅਲ ਹੈ, ਵਸਤੂ ਨੂੰ ਕਿਵੇਂ ਗਿਣੋਗੇ ਤੁਸੀਂ, ਠੀਕ ਹੈ। ਜਵੈਲਰੀ ਹੈ, ਪੋਇਟਰੀ ਹੈ, ਹੈਲਥ ਹੈ ਕਿਸੇ ਦੀ, ਇਹ ਗਿਣੀ ਨਹੀਂ ਜਾ ਸਕਦੀ। ਜ਼ਿਆਦਾਤਰ ਜਿਹੜੇ ਆਪਣੇ ਕੋਲੇ ਮਟੀਰੀਅਲ ਨਾउन ਤੇ ਜਿਹੜੇ ਤੁਸੀਂ ਦੂਜੀ ਆਪਾਂ ਗੱਲ ਕੀਤੀ ਐਬਸਟਰੈਕਟ ਨਾउन ਨੇ, ਉਹ ਅਨਕਾਊਂਟੇਬਲ ਕੈਟਾਗਰੀ 'ਚ ਪੈਂਦੇ ਨੇ। ਖਾਸ ਗੱਲ ਕੀ ਹੈ ਜਿਹੜੀ ਨੋਟ ਕਰਨ ਵਾਲੀ ਹੈ, ਇਹ ਹਮੇਸ਼ਾ ਸਿੰਗੂਲਰ ਜਾਂਦੇ ਨੇ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਨੋਟ ਕਰ ਲਿਓ, ਇਹ ਤੁਹਾਨੂੰ ਬਹੁਤ ਉਲਝਾਊਗੀ ਪੇਪਰ ਦੇ ਵਿੱਚ, ਠੀਕ ਹੈ। ਇਹ ਹਮੇਸ਼ਾ ਸਿੰਗੂਲਰ, ਇਹਨਾਂ ਦੇ ਨਾਲ ਹੈਲਪਿੰਗ ਵਰਬ ਹਮੇਸ਼ਾ ਸਿੰਗੂਲਰ ਲੱਗਦਾ ਹੈ, ਠੀਕ ਹੈ। ਜਿਵੇਂ 골ਡ ਇਜ਼, ਸ਼ੂਗਰ ਇਜ਼, ਠੀਕ ਹੈ, ਇਸ ਤਰੀਕੇ ਨਾਲ। ਤਾਂ ਇਹ ਚੀਜ਼ ਨੂੰ ਧਿਆਨ ਨਾਲ ਨੋਟ ਕਰਿਓ। ਕੁਝ ਕੁ ਐਕਸੈਪਸ਼ਨਾਂ ਆਉਣਗੀਆਂ, ਜਿਵੇਂ 5P ਦੀ ਐਕਸੈਪਸ਼ਨ ਇੱਕ ਆ ਜਾਂਦੀ ਹੈ, ਉਹ ਮੈਂ ਦੱਸੂਗਾ, ਜਿਨ੍ਹਾਂ ਦੇ ਨਾਲ ਆਪਾਂ ਹੈਲਪਿੰਗ ਵਰਬ ਪਲੂਰਲ ਲਾ ਕੇ ਚੱਲਦੇ ਹਾਂ। ਅਦਰਵਾਈਜ਼ ਆਮ ਤੌਰ ਤੇ ਇਹਨਾਂ ਦੇ ਨਾਲ ਹੈਲਪਿੰਗ ਵਰਬ ਕੀ ਜਾਂਦਾ ਹੈ, ਸਿੰਗੂਲਰ ਜਾਂਦਾ ਹੈ। ਤਾਂ ਇਸ ਚੀਜ਼ ਨੂੰ ਨੋਟ ਕਰਕੇ ਰੱਖਿਓ। ਤਾਂ ਇਹ ਹੋ ਗਏ ਕਾਊਂਟੇਬਲ, ਅਨਕਾਊਂਟੇਬਲ। ਹੁਣ ਜੈਂਡਰ ਦੀ ਕੀ ਕਹਾਣੀ ਹੈ, ਜੈਂਡਰ ਦੀ ਕਹਾਣੀ ਨੂੰ ਸਮਝਦੇ ਹਾਂ। 1 ਮਿੰਟ ਪਾਣੀ ਪੀ ਲਵਾਂ ਮੈਂ। ਹੁਣ ਜੈਂਡਰ ਦੇ ਕੇਸ 'ਚ ਆਪਾਂ ਕੀ ਕਰਦੇ ਹਾਂ, ਜਿਵੇਂ ਮੈਸਕੂਲਿਨ, ਫੈਮਿਨਾਈਨ, ਨਿਊਟਰ, ਕਾਮਨ ਜੈਂਡਰ, ਆ 4 ਹੀ ਜੈਂਡਰ ਆਉਂਦੇ ਨੇ ਮੇਰੇ ਕੋਲੇ। ਜਦੋਂ ਤੁਸੀਂ ਮੇਲ ਨੂੰ ਕਿਸੇ ਨੂੰ ਰਿਪਰੈਜ਼ੈਂਟ ਕਰਨਾ ਤਾਂ ਮੈਂ ਮੈਸਕੂਲਾਈਨ ਕਹਿ ਦੇਣਾ, ਜਿਵੇਂ ਬॉय, ਮੈਨ, ਹਸਬੈਂਡ, ਬ੍ਰਦਰ, ਇਹ ਸਾਰੇ ਮੇਲ ਸ਼੍ਰੇਣੀ ਨੂੰ ਦਿਖਾਉਂਦੇ ਨੇਗੇ। ਫੈਮਿਨਾਈਨ ਦਾ ਮਤਲਬ ਹੋ ਗਿਆ ਫੀਮੇਲ, ਗਰਲ, ਮਦਰ, ਵਾਈਫ, ਵਿਮਨ, ਇਹ ਸਾਰੀਆਂ ਫੈਮਿਨਾਈਨ ਨੂੰ ਦਿਖਾਉਂਦੀਆਂ ਨੇ। ਹੁਣ ਨਿਊਟਰ, ਬਈ ਨਿਊਟਰ ਦਾ ਮਤਲਬ ਕੁਝ ਹੋਰ ਨਾ ਸਮਝ ਲਿਓ, ਠੀਕ ਹੈ। ਨਿਊਟਰ ਦਾ ਮਤਲਬ ਇੰਨਾ ਹੀ ਹੈ ਕਿ ਜਿਹੜੀਆਂ ਆਬਜੈਕਟਸ ਨੇ, ਜਿਵੇਂ ਚੇਅਰ, ਟੇਬਲ, ਪੈਨ, ਉਹਨਾਂ ਨੂੰ ਨਿਊਟਰ 'ਚ ਰੱਖਦੇ ਆ। ਤੁਸੀਂ ਕਿਤੇ ਵਿੱਚ ਵਿਚਾਲੇ ਕਿਤੇ ਹੋਰ ਗੱਲ ਲੈ ਜਾਓ, ਠੀਕ ਹੈ, ਉਹ ਕੋਈ ਕਹਾਣੀ ਨਹੀਂ ਹੈਗੀ ਇੱਥੇ। ਤਾਂ ਇੰਗਲਿਸ਼ ਐਵੇਂ ਚੱਲਦੀ ਹੈ, ਮਤਲਬ ਨਿਊਟਰ ਦਾ ਮਤਲਬ ਸਮਝਦੀ ਹੈ ਇਹ ਚੇਅਰ, ਟੇਬਲ ਤੇ ਪੈਨ। ਕਾਮਨ ਜੈਂਡਰ ਦਾ ਮਤਲਬ ਹੋ ਗਿਆ, ਜਿਵੇਂ ਹੁਣ ਟੀਚਰ ਜਾਂ ਸਟੂਡੈਂਟ ਹੈ, ਮੈਂ ਸਿੰਪਲੀ ਬੋਲਤਾ ਟੀਚਰ ਇਜ਼ ਟੀਚਿੰਗ ਵੈਰੀ ਗੁੱਡ। ਹੁਣ ਉਹ ਟੀਚਰ ਮੇਲ ਹੈ ਫੀਮੇਲ ਹੈ ਮੈਨੂੰ ਨਹੀਂ ਨਾ ਪਤਾ। ਟੀਚਰ ਸ਼ਬਦ ਮੇਲ ਲਈ ਵੀ ਟੀਚਰ ਹੀ ਹੋਊਗਾ, ਫੀਮੇਲ ਲਈ ਵੀ ਟੀਚਰ ਹੋਊਗਾ, ਤਾਂ ਕਰਕੇ ਮੈਂ ਕਾਮਨ ਸ਼ਬਦ ਬੋਲਤਾ। ਤਾਂ ਇਹ 4 ਤਰ੍ਹਾਂ ਦੇ ਆ ਸਕਦੇ ਨੇ ਮੇਰੇ ਕੋਲੇ। ਹੁਣ ਕੋਈ ਸੈਂਟੈਂਸ ਬਣਾਇਆ ਤੁਸੀਂ ਨੇ, ਜਿਵੇਂ ਹੁਣ ਆ ਸੈਂਟੈਂਸ ਹੈ, ਮੈਂ ਦੱਸਦਾ, ਅ ਟੀਚਰ ਇਜ਼ ਐਕਸਪੈਕਟਡ ਟੂ ਯੂਟੀਲਾਈਜ਼ ਹਿਜ਼, ਹਰ ਤੇ ਇਟਸ ਟਾਈਮ। ਤੁਹਾਨੂੰ ਐ ਪੁੱਛੂਗਾ ਐਗਜ਼ਾਮੀਨਰ ਵੀ ਇੱਥੇ ਕੀ ਲੱਗੂਗਾ, ਹਿਜ਼ ਲੱਗਣਾ ਚਾਹੀਦਾ, ਹਰ ਲੱਗਣਾ ਚਾਹੀਦਾ ਜਾਂ ਇਟਸ, ਜਾਂ ਫਿਰ ਇਹ ਸੈਂਟੈਂਸ ਨੂੰ ਐਵੇਂ ਤੋੜ ਕੇ ਉਹਨੇ ਇੱਥੇ ਕੁਝ ਨਾ ਕੁਝ ਲਾ ਕੇ ਦੇ ਦੇਣਾ ਤੇ ਤੁਹਾਨੂੰ ਕਹਿਣਾ ਐਰਰ ਕੱਢ ਕੇ ਦਿਓ। ਤਾਂ ਹੋ ਸਕਦਾ ਇੱਥੇ ਐਰਰ ਪਾ ਦਿਓ, ਇਸ ਹਿੱਸੇ ਦੇ ਵਿੱਚ ਐਰਰ ਹੋਵੇ।
ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹਮੇਸ਼ਾ ਜਿਹੜੀ ਪ੍ਰਾਇਰਟੀ ਦੇਖੋ, ਪ੍ਰਾਇਰਟੀ ਦਾ ਮਤਲਬ ਹੈ ਕਿ ਪ੍ਰਾਥਮਿਕਤਾ ਪਹਿਲਾਂ ਕਿਹਨੂੰ ਦੇਣੀ ਹੈ। ਦੇਖੋ ਕੁੜੀਆਂ ਮਾਈਂਡ ਨਾ ਕਰਨ ਇਸ ਗੱਲ ਨੂੰ, ਕਿਉਂਕਿ ਇਹ ਇੰਗਲਿਸ਼ ਦਾ ਰੂਲ ਹੈ, ਠੀਕ ਹੈ। ਵੈਸੇ ਨਾਰਮਲ ਲਾਈਫ 'ਚ ਇਹੋ ਜਿਹਾ ਕੁਝ ਨਹੀਂ ਹੁੰਦਾ। ਪਹਿਲੀ ਪ੍ਰਾਇਰਟੀ ਹਮੇਸ਼ਾ ਕਿਹਨੂੰ ਦਿੱਤੀ ਜਾਂਦੀ ਹੈ? ਮੈਸਕੂਲਿਨ ਨੂੰ ਦਿੱਤੀ ਜਾਂਦੀ ਹੈ। ਦਿਸ ਇਜ਼ ਅ ਵੈਰੀ ਇੰਪੋਰਟੈਂਟ ਪੁਆਇੰਟ ਟੂ ਨੋਟ। ਮਤਲਬ ਜੇ ਉਰੇ ਜਿਵੇਂ ਟੀਚਰ ਹੈ, ਜੇ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਜੇ ਐ ਆਪਸ਼ਨਾਂ 'ਚ ਪੁੱਛ ਲੈਣ ਵੀ ਉਰੇ ਆਨਸਰ 'ਚ ਕੀ ਲੱਗਣਾ ਚਾਹੀਦਾ, ਤਾਂ ਤੁਸੀਂ ਹਿਜ਼ ਲਾਓਗੇ। ਪਹਿਲੀ ਪ੍ਰਾਇਰਟੀ ਹਿਜ਼ ਨੂੰ ਹੈ, ਠੀਕ ਹੈ। ਜੇ ਹਿਜ਼ ਆਪਸ਼ਨ 'ਚ ਹੈ ਹੀ ਨਹੀਂ, ਹਰ ਤੇ ਇਟਸ ਹੀ ਨੇ, ਮੈਂ ਕਹਿੰਦਾ ਹਿਜ਼ ਹੈ ਹੀ ਨਹੀਂ, ਉਹਨੇ ਆਪਸ਼ਨਾਂ ਖਾਲੀ ਥਾਂ 'ਚ ਸਿਰਫ ਹਰ ਤੇ ਇਟਸ ਦਿੱਤਾ ਕਿ ਇਹਦੇ ਵਿੱਚੋਂ ਕੀ ਲੱਗੂਗਾ। ਹੁਣ ਮਾਈਂਡ ਕਰਨ ਵਾਲੀ ਗੱਲ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਇੱਥੇ ਵੀ ਧੱਕਾ ਕਰਦੀ ਹੈ ਇੰਗਲਿਸ਼। ਇੱਥੇ ਵੀ ਇੰਗਲਿਸ਼ ਇਹ ਕਹਿੰਦੀ ਹੈ ਕਿ ਜਿਹੜਾ ਨਿਊਟਰ ਵਾਲੇ ਸ਼ਬਦ ਹੁੰਦੇ ਨੇ ਨਾ, ਇਟਸ, ਇਹਦੀ ਪ੍ਰਾਇਰਟੀ ਜ਼ਿਆਦਾ ਹੈ। ਦੂਜੇ ਨੰਬਰ ਤੇ ਤੁਸੀਂ ਇਟਸ, ਇਟ ਇਹਨੂੰ ਲਾਓਗੇ ਤੇ ਤੀਜੇ ਨੰਬਰ ਤੇ ਤੁਸੀਂ ਫੈਮਿਨਾਈਨ ਨੂੰ ਲੈ ਕੇ ਜਾਓਗੇ। ਮਤਲਬ ਫੈਮਿਨਾਈਨ ਨੂੰ ਸਭ ਤੋਂ ਲੀਸਟ ਪ੍ਰਾਇਰਟੀ ਦਿੱਤੀ ਜਾਂਦੀ ਹੈ। ਦਿਸ ਇਜ਼ ਦਾ ਰੂਲ ਆਫ ਇੰਗਲਿਸ਼। ਸਿਰਫ ਰੂਲ ਤੱਕ ਇਸ ਗੱਲ ਨੂੰ ਰੱਖਿਓ, ਅਦਰਵਾਈਜ਼ ਇਹੋ ਜਿਹਾ ਕੁਝ ਨਹੀਂ ਹੈਗਾ, ਹੈ ਨਾ, ਜੋ ਅੱਜ ਦਾ ਜ਼ਮਾਨਾ ਗਾ, ਨਾ ਹੀ ਇਹਨੂੰ ਕੋਈ ਮਾਈਂਡ ਕਰਨ ਵਾਲੀ ਗੱਲ ਹੈ। ਤਾਂ ਇਹਦਾ ਐਗਜ਼ੈਕਟਲੀ ਕੀ ਆਨਸਰ ਬਣਨਾ ਚਾਹੀਦਾ? ਅ ਟੀਚਰ ਇਜ਼ ਐਕਸਪੈਕਟਡ ਟੂ ਯੂਟੀਲਾਈਜ਼ ਹਿਜ਼ ਟਾਈਮ। ਹਿਜ਼ ਨਹੀਂ ਦਿੱਤਾ ਹੋਇਆ ਤਾਂ ਇਟਸ ਟਾਈਮ, ਤੇ ਬਿਲਕੁਲ ਲਾਸਟ 'ਚ ਤੁਸੀਂ ਆਪਸ਼ਨ 'ਚ ਚੂਜ਼ ਕਰ ਸਕਦੇ ਹੋ ਹਰ ਟਾਈਮ। ਅਦਰਵਾਈਜ਼ ਹਮੇਸ਼ਾ ਫਸਟ ਪ੍ਰੈਫਰੈਂਸ ਗੋਜ਼ ਟੂ ਦਾ ਹੀ ਹਾਈਐਸਟ, ਇਟ ਨੂੰ ਦੂਸਰੀ ਤੇ ਸ਼ੀ ਨੂੰ ਸਭ ਤੋਂ ਲੀਸਟ ਪ੍ਰਾਇਰਟੀ, ਤੀਜੇ ਨੰਬਰ ਦੀ ਆਪਾਂ ਪ੍ਰਾਇਰਟੀ ਦੇ ਕੇ ਚੱਲਦੇ ਹਾਂ। ਹੁਣ ਇਹ ਤਾਂ ਰਹੀ ਕਾਮਨ ਜੇ ਇਹਨਾਂ ਚੀਜ਼ਾਂ ਤੇ ਗੱਲ। ਜੇ ਹੁਣ ਇੱਥੋਂ ਦਾ ਸਿੰਪਲ ਜੀ ਗੱਲ ਹੈ, ਜੇ ਚੇਅਰ ਟੇਬਲ ਹੀ ਲੱਗਿਆ ਹੋਇਆ ਫਿਰ ਤਾਂ ਕਹਾਣੀ ਉਹ ਖਤਮ ਹੈ। ਇਹਨੂੰ ਤਾਂ ਸਿੰਪਲੀ ਇਟ ਨਾਲ ਹੀ, ਇਟਸ ਨਾਲ ਹੀ ਯੂਜ਼ ਕਰਦੇ ਹਾਂ। ਆਬਜੈਕਟਸ ਨਾਲ ਹਮੇਸ਼ਾ ਇਟ ਯੂਜ਼ ਹੁੰਦਾ ਹੈ। ਜੇ ਮੈਸਕੂਲਿਨ ਕੋਈ ਚੀਜ਼ ਆ ਰਹੀ ਹੈ ਤਾਂ ਮੈਨੂੰ ਪਤਾ ਕਿ ਮੈਂ ਹਿਜ਼ ਵਰਤੂੰਗਾ, ਠੀਕ ਹੈ, ਤੇ ਜੇ ਫੈਮਿਨਾਈਨ ਆਉਂਦੀ ਹੈ ਤਾਂ ਮੈਂ ਹਰ ਵਰਤੂੰਗਾ। ਇਹਦੇ 'ਚ ਤਾਂ ਕੋਈ ਰੌਲਾ ਹੀ ਨਹੀਂ। ਰੌਲਾ ਪਊਗਾ ਕਾਮਨ ਜੈਂਡਰ ਵਾਲੇ ਕੇਸ 'ਚ ਕਿ ਕਾਮਨ ਜੈਂਡਰ 'ਚ ਕੀ ਵਰਤੀਏ ਆਪਾਂ, ਠੀਕ ਹੈ। ਤਾਂ ਉੱਥੇ ਤੁਸੀਂ ਨੇ ਇਸ ਪ੍ਰਾਇਰਟੀ ਨੂੰ ਆਪਣੇ ਦਿਮਾਗ ਦੇ ਵਿੱਚ ਫਿੱਟ ਕਰਕੇ ਰੱਖਣਾ ਹੈ। ਹੁਣ ਕੁਝ ਕੁ ਚੀਜ਼ਾਂ ਹੋਰ ਨੇ ਇਹਦੇ ਬਾਰੇ ਜਿਹੜੀਆਂ ਬੜੀਆਂ ਇੰਪੋਰਟੈਂਟ ਨੇ, ਮੈਂ ਕਹੂੰਗਾ ਜਿਹੜੀਆਂ ਨੋਟ ਕਰਨ ਵਾਲੀਆਂ ਨੇ। ਮੈਸਕੂਲਿਨ ਦੀਆਂ ਨਾ ਕੁਝ ਪ੍ਰੋਪਰਟੀਜ਼ ਹੁੰਦੀਆਂ ਨੇ, ਕੁਝ ਕਰੈਕਟਰਿਸਟਿਕਸ ਹੁੰਦੀਆਂ ਨੇ ਇਹਨੂੰ ਪਹਿਚਾਣ ਕਰਨ ਦੀਆਂ। ਕਿਵੇਂ ਦੀਆਂ? ਕਹਿੰਦਾ ਹਮੇਸ਼ਾ ਰਿਊਡ ਹੋਊਗਾ, ਬੜਾ ਹੀ ਰਿਊਡ ਹੋਊਗਾ ਜਿਹੜਾ ਮੈਸਕੂਲਿਨ। ਆਮ ਤੌਰ ਤੇ ਸਾਰੇ ਮੁੰਡਿਆਂ ਤੇ ਤਾਂ ਨਹੀਂ ਇਹ ਚੀਜ਼ ਅਪਲਾਈ ਹੁੰਦੀ, ਪਰ ਮੈਜੋਰਟੀ ਆਫ ਮੁੰਡਿਆਂ ਤੇ ਚੀਜ਼ ਅਪਲਾਈ ਹੁੰਦੀ ਹੈ ਕਿ ਥੋੜੇ ਰਿਊਡ ਹੁੰਦੇ ਨੇ, ਠੀਕ ਹੈ। ਸਟਰੈਂਥ ਮੰਨਿਆ ਜਾਂਦਾ ਵੀ ਕੰਮ ਕਰਨ ਦੇ ਵਿੱਚ ਜ਼ਿਆਦਾ ਸਟਰੈਂਥ ਹੁੰਦੀ ਹੈ ਐਜ਼ ਕੰਪੇਅਰ ਟੂ ਅਦਰ ਥਿੰਗਸ। ਰਿਜਿਡ ਹੋਣਗੇ, ਟਫ ਹੋਣਗੇ, ਨਹੀਂ ਵੀ ਹੁੰਦੀ, ਤੁਸੀਂ ਮੰਨੋ ਨਾ ਮੰਨੋ, ਬਸ ਰੂਲ ਦੇ ਤਹਿਤ ਯਾਦ ਰੱਖੋ ਕਿ ਜੇ ਕੋਈ ਚੀਜ਼ ਜ਼ਿਆਦਾ ਰਿਊਡ, ਸਟਰੈਂਥ, ਰਿਜਿਡ ਤੇ ਟਫ ਵਾਲੀ ਚੀਜ਼ ਹੈ ਤਾਂ ਉਹਨੂੰ ਮੈਸਕੂਲਿਨ ਦੇ ਵਿੱਚ ਪਾਉਣਾ ਹੈ। ਮੈਂ ਸਮਝਾਊਂਗਾ ਵੀ ਅੱਗੇ ਉਦਾਹਰਨਾਂ 'ਚ ਮੈਂ ਕਹਿਣਾ ਕੀ ਚਾਹ ਰਿਹਾ। ਜੇ ਕੋਈ ਚੀਜ਼ ਬਿਊਟੀ, ਸੌਫਟ, ਅਟਰੈਕਟਿਵ ਹੈ ਜ਼ਿਆਦਾ, ਉਹਨੂੰ ਅਸੀਂ ਮੰਨਦੇ ਹਾਂ ਕਿ ਉਹ ਫੈਮਿਨਾਈਨ ਹੈ। ਮਤਲਬ ਇਹ ਕਰੈਕਟਰਿਸਟਿਕਸ ਇੰਗਲਿਸ਼ ਫੈਮਿਨਾਈਨ ਨੂੰ ਦਿੰਦੀ ਹੈ ਤੇ ਆਹ ਕਰੈਕਟਰਿਸਟਿਕਸ ਜਿਹੜੀ ਇੰਗਲਿਸ਼ ਹੈਗੀ ਹੈ ਉਹ ਮੈਸਕੂਲਿਨ ਨੂੰ ਦਿੰਦੀ ਹੈ। ਹੁਣ ਮੈਂ ਕੁਝ ਉਦਾਹਰਨਾਂ ਲੈ ਕੇ ਚੱਲਦਾ ਤੇ ਤੁਸੀਂ ਮੈਨੂੰ ਦੱਸਣਾ ਕਿ ਇਹ ਕਿਹੜੀ ਕੈਟੇਗਰੀ 'ਚ ਆਉਂਦੀ ਹੈ। ਵੈਸੇ ਮੈਂ ਲਿਖਿਆ ਹੀ ਪਿਆ, ਜਿਵੇਂ ਹੁਣ ਸਨ ਹੈ। ਹੁਣ ਸਨ ਮੰਨਿਆ ਜਾਂਦਾ ਯਾਰ ਸਨ ਦੀ ਗਰਮੀ ਇੰਨੀ ਜ਼ਿਆਦਾ ਤਿੱਖੀ ਹੈ, ਕਿੰਨੇ ਮਿਸ਼ਨ ਨਾਸਾ ਨੂਸਾ ਵਰਗੇ ਨੇ, ਆ ਸਾਡੇ ਵਾਲੇ ਵੀ, ਠੀਕ ਹੈ, ਅਦਿੱਤਿਆ L1 ਫਲਾਣਾ ਮਿਸ਼ਨ ਭੇਜਣ ਲੱਗੇ ਹੋਏ ਨੇ, ਪਰ ਜਿਹੜਾ ਵੀ ਸਨ ਦੇ ਚੀਜ਼ ਨੇੜੇ ਜਾਂਦੀ ਆ ਉਹਨੂੰ ਜਲਾ ਕੇ, ਯਾਨੀ ਕਿ ਅੱਗ ਲਾ ਕੇ ਥੱਲੇ ਸਿੱਟ ਦਿੰਦਾ ਹੈ। ਮਤਲਬ ਬਹੁਤ ਰਿਜਿਡ ਤੇ ਟਫ ਹੈ ਸਨ। ਤਾਂ ਕਰਕੇ ਫਿਰ ਇਹਨੂੰ ਕਿਹੜੀ ਕੈਟੇਗਰੀ 'ਚ ਪਾਓਗੇ? ਇਹਨੂੰ ਪਾਵਾਂਗੇ ਮੇਲ ਦੀ ਕੈਟੇਗਰੀ 'ਚ, ਠੀਕ ਹੈ। ਤਾਂ ਸਨ ਦੇ ਨਾਲ ਜਦੋਂ ਤੁਸੀਂ ਅੱਗੇ ਪ੍ਰਨਾਊਨ ਕੋਈ ਵਰਤਣਾ ਹੈ ਤਾਂ ਹੀ ਵਰਤੋਗੇ ਤੇ ਜਾਂ ਹਿਜ਼ ਦਾ ਇਸਤੇਮਾਲ ਕਰੋਗੇ, ਕਿਉਂਕਿ ਸਨ ਰਿਜਿਡ ਚੀਜ਼ ਦਿਖਾ ਰਿਹਾ ਮੇਰੇ ਕੋਲੇ, ਟਫ ਚੀਜ਼ ਦਿਖਾ ਰਿਹਾ ਹੈ। ਮੂਨ, ਹੁਣ ਆਪਾਂ ਕਹਿੰਦੇ ਆ ਕਿ ਮੂਨ ਇੱਕ ਬਿਊਟੀ ਹੈ, ਹਨਾ, ਮੂਨ ਲਾਈਟ ਇਜ਼ ਬਿਊਟੀਫੁਲ, ਐਵੇਂ ਦੀਆਂ ਚੀਜ਼ਾਂ ਦੀ ਜ਼ਿਕਰ ਕਰਦੇ ਆ। ਤਾਂ ਮੂਨ ਜਦੋਂ ਬਿਊਟੀ ਦੇ ਕੰਟੈਕਸਟ 'ਚ ਗੱਲ ਕਰ ਰਹੇ ਹੋ ਤਾਂ ਫਿਰ ਕਿਹਦੇ 'ਚ ਪਾਤਾ? ਫੈਮਿਨਾਈਨ ਦੇ ਵਿੱਚ ਪਾਤਾ। ਅਰਥ ਹੈ, ਠੀਕ ਹੈ, ਧਰਤੀ ਮਾਂ ਹੈ ਸਾਡੀ, ਹਮੇਸ਼ਾ ਇਹੀ ਬੋਲਦੇ ਆ, ਤਾਂ ਧਰਤੀ ਮਾਂ ਹੈ ਤਾਂ ਮਾਂ ਨੂੰ ਤਾਂ ਫੈਮਿਨਾਈਨ 'ਚ ਹੀ ਪਾਵਾਂਗੇ, ਤਾਂ ਇਹਨੂੰ ਵੀ ਚੱਕ ਕੇ ਮੈਂ ਕੀ 'ਚ ਰੱਖਦਾ? ਫਿਰ ਫੈਮਿਨਾਈਨ 'ਚ ਰੱਖਦਾ। ਲਾਈਫ, ਲਾਈਫ ਦੇ ਕੰਟੈਕਸਟ 'ਚ ਵੀ ਤਾਂ ਆਪਾਂ ਇਹੀ ਗੱਲ ਕਰਦੇ ਆ, ਲਾਈਫ ਇਜ਼ ਬਿਊਟੀਫੁਲ, ਠੀਕ ਹੈ। ਲਾਈਫ ਹਰ ਬੰਦੇ ਦੀ ਇੱਕ ਬਿਊਟੀਫੁਲ ਹੁੰਦੀ ਹੈ ਤੇ ਇਹਦਾ ਸਹੀ ਪ੍ਰਯੋਗ ਕਰਨਾ ਚਾਹੀਦਾ ਆਪਣੀ ਲਾਈਫ ਦਾ। ਬਾਰ-ਬਾਰ ਲਾਈਫ ਸਾਨੂੰ ਮਿਲਦੀ ਨਹੀਂ ਹੈਗੀ, ਤਾਂ ਉਸ ਕੰਟੈਕਸਟ 'ਚ, ਬਿਊਟੀ ਦੇ ਕੰਟੈਕਸਟ 'ਚ ਜਦੋਂ ਆਉਂਦਾ, ਰਿਜਿਡਨੈਸ ਨਹੀਂ ਕਿਤੇ ਦਿਖ ਰਹੀ, ਤਾਂ ਮੈਂ ਇਹਨੂੰ ਫੈਮਿਨਾਈਨ ਦੀ ਕੈਟੇਗਰੀ ਦੇ ਵਿੱਚ ਰੱਖਦਾ। ਅਗਲੀ ਗੱਲ, ਰਿਵਰ, ਰਿਵਰਸ ਨੇ, ਨਦੀਆਂ ਨੇ, ਨਦੀਆਂ ਤਾਂ ਵੈਸੇ ਹੀ ਫੈਮਿਨਾਈਨ 'ਚ ਜਾਂਦੀਆਂ ਨੇ, ਠੀਕ ਹੈ। ਅਗਲੀ ਗੱਲ ਆ ਗਈ ਸਟੋਰਮ। ਹੁਣ ਜਿਹੜਾ ਝੱਖੜ ਤੂਫਾਨ ਆਉਂਦਾ ਹੈ, ਕਿੰਨਾ ਟਫ ਹੈ, ਕਿੰਨਾ ਰਿਜਿਡ ਹੈ, ਨੁਕਸਾਨ ਕਰਦਾ ਹੈ। ਇਹਦਾ ਮਤਲਬ ਕੁੜੀਆਂ ਵਾਲੀਆਂ ਪ੍ਰੋਪਰਟੀਆਂ ਤਾਂ ਰੱਖਦਾ ਨਹੀਂ ਆਪਣੇ ਕੋਲ, ਮੁੰਡੇ ਵਾਲੀਆਂ ਹੀ ਨੇ ਜ਼ਿਆਦਾ, ਤਾਂ ਕਰਕੇ ਫਿਰ ਕਿਹਦੇ 'ਚ ਪਾ ਦੋਗੇ? ਮੈਸਕੂਲਿਨ 'ਚ ਪਾ ਦੋਗੇ ਸਟੋਰਮ ਨੂੰ। ਸਨਲਾਈਟ ਹੈ, ਸਨਲਾਈਟ ਅਗੇਨ ਸਨ ਤੋਂ ਆ ਰਹੀ ਹੈ ਰੋਸ਼ਨੀ, ਜ਼ਿਆਦਾ ਲੋੜ ਤੋਂ ਜ਼ਿਆਦਾ ਆ ਗਈ, ਨੁਕਸਾਨ ਹੀ ਕਰਦੀ ਹੈ, ਠੀਕ ਹੈ, ਤਾਂ ਇਹ ਵੀ ਕਿਹੜੇ 'ਚ ਆ ਗਿਆ? ਮੈਸਕੂਲਿਨ 'ਚ ਆ ਗਿਆ। ਮੂਨਲਾਈਟ ਬਿਊਟੀਫੁਲ ਹੁੰਦੀ ਹੈ ਤਾਂ ਇਸ ਕਰਕੇ ਇਹਨੂੰ ਫੈਮਿਨਾਈਨ 'ਚ ਪਾਉਂਦੇ ਆ। ਸਪਰਿੰਗ, ਹੁਣ ਦੋਨਾਂ 'ਚ ਦੇਖੋ, ਆਟਮਨ ਤੇ ਸਪਰਿੰਗ 'ਚ। ਪਤਝੜ ਹੈ, ਪਤਝੜ ਕਿੰਨਾ ਰਿਜਿਡ ਹੈ,
ठीक है, किन्ना बदसूरत मतलब दरख्तां दे पत्ते झाड़ दिंदा, बुरा हाल कर दिंदा है। तो फिर इन्नी रिजिड चीज़ नूं किहदे च पाओगे? मेल च। जदों स्प्रिंग बहार आ गई, नਵੇਂ नਵੇਂ फुੱਲ आ गए, ब्यूटी खिड़न लग जाती है पूरी बागां दे विच, जां तुसीं जिथे भी पेड़ पौधे अपने हुंदे ने, तो फिर किहदे च रख दोगे? फैमिनाइन च रख दोगे। एवें लिंक करो चीज़ां नूं ब्यूटी दे नाल, रिजिडनेस दे नाल, उहदे अकॉर्डिंगली तुसीं फिर जेंडर फिक्स करना कि फैमिनाइन च रखोगे या फिर किहदे च रखोगे? मैस्कुलिन च रखोगे। हुण जिवें विंटर है, विंटर भी बहुत टफ होंदी है, समर्स के मुकाबले विंटर टफ मनी जाती है, तो मैस्कुलिन। डेथ तो ओबीअसली टफ ही मनी जाती है हमेशा, तो मैस्कुलिन। तो मैं उम्मीद करदा कि मैस्कुलिन जेंडर नूं तुसीं किवें पहचानना, किस हिसाब नाल जेंडर के हिसाब नाल तुसीं ने उहदे विच मतलब लोड़ी दा प्रनाउन यूज़ करना, हिज ही या शी इट्स की यूज़ करना, वो सारी गलबात तुहानूं क्लीयर होगी। बड़ी इंपॉर्टेंट पॉइंट है ये। अगे आ जाओ। हुण जेंडर के केस दे विच कुछ प्रोफैशनस ने जां फिजिकल करैक्टरस के हिसाब नाल आपां देखो दो चीज़ां होंदियां ने, जां तां तुसीं उस चीज़ के नाल मैन ते विमेन जां फिर इहदा प्लूरल ला लो कि मैन विमेन यूज़ करोगे, जां फिर आपां यूज़ करते हैं मेल फीमेल। ये भी पेपर च अजकल बहुत पूछा जाण लग पिया। तो ये मैं कुछ करैक्टरिस्टिक्स तुहानूं दसदा कि इन्हां दी पहचान आपां किवें करनी है कि किहदे नाल की लाउणा आपां ने। देखो जिहड़ियां तां प्रोफैशन पोस्ट रैंक जां टाइटल वालियां चीज़ां होणगियां जां पोस्टां होणगियां, जिवें आपां कह लईए टीचर है, नर्स है, डॉक्टर है, ये प्रोफैशन या फिर एक रैंक आ ना, इन्होंने एक टाइटल मिलिया होया ना कि डॉक्टर, हर एक नूं तां असीं डॉक्टर कह नहीं दिंदे। तो डॉक्टर दे कोले जां तां उहने कोई MBBS वाला करिया होऊगा जां फिर दूजे लोट PhD लई होऊ, डॉक्टर आपां बोलांगे। सिमिलरली जिवें आपां कह दईए नर्स है, नर्स एक पोस्ट है, ठीक है। सिमिलरली आप टीचर कह लीए तो टीचर भी एक रैंक या फिर पोस्ट कह सकते हो। जिन्ने इस टाइप के शब्द आउणगे, नर्स, टीचर, डॉक्टर, इस सारिਆਂ ਦੇ ਨਾਲ ਜਾਂ ਤਾਂ मैन या विमेन। जे मुंडे नूं बोलना तो मैं बोलूँगा मैन नर्स। सुनने बड़ा अजीब लग रहा है भी यार गलत है, तो मैनूं लगदा 90-99% गलत ही ला के आउणगे, पर नहीं, यही सही रूल है इंग्लिश का, तो एवें ही तुसीं ने करना है। जे तुहाडे कोले मतलब तुसीं मेल नूं रिप्रजेंट करना तो उहनूं आपां मेल नर्स कदे नहीं बोलते। एग्जामिनर यही गलती कराऊ तुहाडे तो, वो लिखूगा मेल नर्स। मेल नर्स इज़ रॉन्ग। तुसीं की बोलना? मैन नर्स या विमेन नर्स, ठीक है। टीचर मैन टीचर या वुमेन टीचर। सिमिलरली डॉक्टर वुमन डॉक्टर या मैन डॉक्टर। जदों आपां करैक्टरिस्टिक्स दिखाउणियां ने, फिजिकल करैक्टरिस्टिक्स, जिवें ड्रैस, ये फिजिकल करैक्टरिस्टिक्स ते डिपेंड करती है। कोई मोटा बंदा उहदे ज़्यादा वड्डा साइज़ आऊगा, कोई पतला बंदा छोटा साइज़ आऊगा, एवें शूज़ हो गए, समझ गए। फिजिकल करैक्टरिस्टिक्स वालियां चीज़ां नाल असीं की लैके चलदे हां? मेल फीमेल, मेल ड्रैस, फीमेल ड्रैस, लाइक दैट। तो मैं उम्मीद करदा कि इत्थों डिफरेंस क्लीयर हो गया होगा, क्योंकि ये इंपॉर्टेंट है, ये भी पेपर का पार्ट अजकल बन रहा है, बहुत पेपरों में पूछा जा रहा है। फिर जे कई ना कुछ कई रिस्पैक्टफुल वर्ड होंदे ने, वो रिस्पैक्टफुल वर्ड अपने आप दे विच ही इन्नी रिस्पैक्ट रखते हैं कि तुहानूं जे उहदे नाल तुसीं होर रिस्पैक्ट ला दोगे, मतलब मैन विमेन या कुछ भी ला दोगे, तो उहदी मतलब सुपरफ्लूअस हो जाती है। सुपरफ्लूअस का मतलब हो गया कि लोड़ तो ज़्यादा वरत्या गया, हुण ये अजीब जिहा लगन लग गया। जिवें हुण तुसीं देखो प्रिंसीपल है, किसी नूं आपां कहने प्रिंसीपल साहब आए ने, तो प्रिंसीपल अपने आप दे विच ही बड़ी रिस्पैक्टफुल पोस्ट है, ठीक है। हुण जे तुसीं अगे लिख दोगे कि लेडी प्रिंसीपल आई है, तो कहना अपने आप दे विच गलत है, क्योंकि प्रिंसीपल इटसैल्फ। हुण लेडी ते भी एक मैं थोड़ा जिहा तुहानूं क्लीयर कर देवां। देखो लेडी ऐ ना समझो कि लेडी ऐदां ही शब्द, अंग्रेजी दे विच क्योंकि अंग्रेज़ां तो आई हुई अंग्रेजी है, तो लेडी एक बहुत रिस्पैक्टफुल वर्ड है अंग्रेज़ां दे विच, ठीक है। बोलते नहीं लेडीज़ एंड जेंटलमैन, जो आपां बोलिया जांदा, तो जेंटलमैन लेडीज़, तो लेडीज़ नूं जिहड़ा लेडीज़ बोलिया जा रहा, तो एक रिस्पैक्ट दे वे नाल बोलिया जा रहा है, तो इहनूं रिस्पैक्टफुल वर्ड के तौर ते रखिओ। तो इस करके जे कोई कहंदा ना कि शी इज़ अ वेरी जेंटल लेडी, तो दैट इज़ सुपरफ्लूअस। लेडी कहना ही ये है कि लेडी जो जेंटल होगी उन्होंने तां ही लेडी शब्द नाल बुलावांगे आपां, नहीं तो उन्होंने वुमन कह के बुला लो, दैट्स इट। समझ गए? तो लेडी मतलब इफ शी हैज़ करैक्टरिस्टिक्स ऑफ ए जेंटलनेस, या वो जेंटल है, दैट इज़ वाई वी आर कॉलिंग हर लेडी। नहीं वो लेडी कहाऊगी ही नहीं अंग्रेजी के पॉइंट ऑफ व्यू तो। ਆਪਾਂ ਧੱਕਾ करी जाने लेडी लूडी कुछ भी बोली जाने, वो नहीं, मैं रूल्स के तहत गल करूँगा जी गल करूँगा। तो समझ गए? तो इन्हां दे नाल आ चीज़ां लाउण की लोड़ नहीं, ये सुपरफ्लूअस बना दिंदियां ने इस चीज़ नूं। अगे आ जाओ, हुण आ गए पोजैसिव केस ऑफ नाउन। पोजैसिव केस बड़ी इंपॉर्टेंट है, बहुत इंपॉर्टेंट है, बहुत पेपर च पूछे जाते हैं, बहुत आसान है, कुछ भी नहीं हैगा। पोजैसिव केस का मतलब होंदा जो आपां किसी चीज़ के उत्ते मलकीयत दिखाउने आ, जिवें ये राम का घर है,
इस टेबल दे 4 ਲੱਤਾਂ ਹਨ, इस तरीके नाल ਉਹਨੂੰ ਆਪਾਂ ਪੋਜੈਸਿਵ ਕੇਸ ਕਹਿੰਦੇ ਆ। ਇਹ ਘਰ ਉਸਦਾ ਹੈ, ਇਹ ਕਾਰ ਉਹਦੀ ਹੈ, ਇਹ ਫਲਾਣੀ ਚੀਜ਼ ਉਹਦੀ ਹੈ। ਮਲਕੀਅਤ ਦਿਖਾਉਣੀ ਕਿਸੇ ਦੇ ਉੱਤੇ, ਪੋਜੈਸ਼ਨ ਦਿਖਾਉਣ ਦਾ ਮਤਲਬ ਇਹ ਹੋ ਗਿਆ। मतलब ਇਹ ਕੀ ਦੱਸਦਾ ਸਾਨੂੰ, ਬਿਲੋਂਗਿੰਗਨੈਸ ਜਾਂ ਓਨਰਸ਼ਿਪ, ਕਿ ਮਲਕੀਅਤ ਕਿਹਦੀ ਆ ਉਸ ਚੀਜ਼ ਦੇ ਉੱਤੇ, ਕਿਹਨੂੰ ਬਿਲੋਂਗ ਕਰਦੀ ਆ ਉਹ ਚੀਜ਼। ਹੁਣ ਇਹਦੇ ਵਿੱਚ ਨਾ ਯਾਰ ਯੂਜ਼ਲੀ ਦੋ ਚੀਜ਼ਾਂ ਆ ਜਾਂਦੀਆਂ ਨੇ, ਇੱਕ ਲਿਵਿੰਗ ਨਾउन ਆ ਜਾਂਦੇ ਨੇ, ਇੱਕ ਨॉन ਲਿਵਿੰਗ ਨਾउन ਆ ਜਾਂਦੇ ਨੇ। मतलब ਉਹ ਚੀਜ਼ਾਂ ਜਿਹੜੀਆਂ ਲਿਵਿੰਗ ਨੇ, ਜਿਉਂਦੀਆਂ ਨੇ, ਤੇ ਇੱਕ ਉਹ ਚੀਜ਼ਾਂ ਜਿਹੜੀਆਂ ਨॉन ਲਿਵਿੰਗ ਨੇ, ਜਿਉਂਦੀਆਂ ਨਹੀਂ ਹੁੰਦੀਆਂ, मतलब ਸਾਹ ਸੂਹਾਂ ਤੇ ਨਹੀਂ ਹੁੰਦੀਆਂ। ਤਾਂ ਦੋਨਾਂ ਦੇ ਵਿੱਚ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ, ਵੈਰੀ ਈਜ਼ੀ। ਜਿਉਂਦੀਆਂ ਜਾਗਦੀਆਂ ਚੀਜ਼ਾਂ ਦੇ ਨਾਲ, ਲਿਵਿੰਗ ਚੀਜ਼ਾਂ ਦੇ ਨਾਲ, ਤਾਂ ਜਿਹੜੀ ਵੀ ਉਹ ਲਿਵਿੰਗ ਨਾउन ਹੋਊਗਾ, ਜਿਵੇਂ ਰਾਮ ਹੈ ਤਾਂ ਰਾਮ ਦੇ ਨਾਲ ਤੁਸੀਂ ਆ ਅਪੋਸਟ੍ਰੋਚ ਪਾ ਕੇ, ਠੀਕ ਹੈ, ਜਿਹਨੂੰ ਛੁੱਟ ਮਰੋੜੀ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ, ਇਹਦੇ ਪਿੱਛੇ ਆਪਾਂ ਐਸ ਲਾ ਦਿੰਦੇ ਆ। ਜਿਵੇਂ ਮੈਂ ਲਿਖਤਾ ਰਾਮਸ ਹਾਊਸ, ਠੀਕ ਹੈ, दैट इज राम्स हाउस, ਤਾਂ ਐਵੇਂ ਬੁਲਾਇਆ ਜਾਊਗਾ। गर्ल्स रोल, व्हाट इज गर्ल्स रोल इन दिस पिक्चर, ठीक है, कुछ भी बोल सकते हैं। ਤਾਂ ਨਾउन ਵਾਲਾ ਜਿਹੜਾ ਸ਼ਬਦ ਹੈ ਉਹਦੇ ਪਿੱਛੇ ਆ ਛੁੱਟ ਮਰੋੜੀ ਅਪੋਸਟ੍ਰੋਚ ਪਾ ਕੇ ਪਿੱਛੇ ਐਸ ਲਾ ਦਿਓ। ਨॉन ਲਿਵਿੰਗ ਦੇ ਵਿੱਚ ਇਹ ਧੱਕਾ ਹੈ। ਜਿਵੇਂ ਹੁਣ ਨॉन ਲਿਵਿੰਗ 'ਚ ਕੀ ਕੀਤਾ ਜਾਂਦਾ, ਲਿਖ ਦਿੱਤਾ ਜਾਂਦਾ ਟੇਬਲਸ डिजाइन। भाई टेबल की है, ये तो नॉन लिविंग थिंग है, तो टेबल के केस दे विच आपां एवें आ छुट्ट मरोड़ी यानी कि अपोस्टल पा के एस लावांगे तो दिस इज टोटली रॉन्ग। फिर ये किवें लिखिया जांदा, ये लिखिया जांदा पहला पोजैशन ऑफ विचाले एक प्रैपोजिशन वरतदे ने, फिर पिछे नाउन लाउंदे ने। जिवें टेबल्स डिजाइन लिखण दी थां ते असीं लिखांगे डिजाइन ऑफ टेबल। फैन्स स्पीड, इंस्टेड के मैं ये लिखां कि फैन्स स्पीड, तो फैन की है नॉन लिविंग, दिस इज रॉन्ग। तुसी लिखोगे स्पीड ऑफ, पहला पोजेशन स्पीड ऑफ, फिर वो नॉन लिविंग थिंग फैन। स्पीड ऑफ फैन कहना अपने आप च करैक्ट है। बस आ दो गल्लां पल्ले बन लो, होर इहदे च कुछ नहीं हैगा, ठीक है। हुण आ तुसी मैं दो चीज़ां हुण इहदे च कॉमन जिहा एरर पाता पेपर ने, फिर तो कोई गल नहीं हैगी, बड़े आराम नाल कढ लोगे। नॉन लिविंग पहचानते हैं, लिविंग पहचानते हैं असीं, बिल्कुल इह च कोई डाउट नहीं। पर जदों थोड़ियां जिहियां इहो जिहियां घुंडियां पै जाणगीਆਂ, जदों एक लैवल का पेपर बनाउणा होया जां तुसीं एक चंगे पेपर जिवें PPSC के किसी पेपर दे विच बैठे हो, इंग्लिश आ रही है, हुण उत्थे सिद्धा तां पुछणगे नहीं, ਉਹ ਉਹਨਾਂ ਨੇ ਤਾਂ ਫਿਰ ਗੱਲ ਦੀ ਖੱਲ ਮਰੋੜਨੀ ਆ ਪੂਰੀ, ਠੀਕ ਹੈ। ਕਿਵੇਂ ਮਰੋੜਨਗੇ ਹੁਣ ਮੈਂ ਸਮਝਾਉਣਾ ਤੁਹਾਨੂੰ ਕਿ ਉਹ ਕਿਵੇਂ ਮਰੋੜਨਗੇ। ਜਿਵੇਂ ਦੇਖੋ ਮੈਂ ਕਹਿੰਦਾ ਇੰਡੀਆਜ਼ ਪਾਪੂਲੇਸ਼ਨ, ਇਹ ਸਹੀ ਹੈ ਕਿ ਗਲਤ ਹੈ। ਹੁਣ ਇਹ ਪਾਪੂਲੇਸ਼ਨ ਕਿਹਦੇ ਨਾਲ ਲਿੰਕਡ ਹੈ, ਬੰਦਿਆਂ ਦੇ ਨਾਲ, ਯਾਨੀ ਕਿ ਲਿਵਿੰਗ ਬੀਇੰਗਸ ਹੋਣਗੇ ਉਹੀ ਪਾਪੂਲੇਸ਼ਨ 'ਚ ਕਾਊਂਟ ਹੋਣਗੇ ਨਾ, ਮੇਲ ਫੀਮੇਲ ਜਾਂ ਜੋ ਵੀ ਆਪਣੇ ਇੱਥੇ ਆਉਂਦੇ ਨੇ, ਠੀਕ ਹੈ। ਤਾਂ ਇਹਦਾ ਮਤਲਬ ਜੇ ਇਹ ਲਿਵਿੰਗ ਬੀਇੰਗਸ ਨਾਲ ਰਿਲੇਟਡ ਹੈ, ਤਾਂ ਲਿਵਿੰਗ ਬੀਇੰਗਸ 'ਚ ਅਸੀਂ ਹਮੇਸ਼ਾ ਕੌਮਾ ਪਾ ਕੇ ਪਾਉਂਦੇ ਹਾਂ ਅਪੋਸਟ੍ਰੋਚ ਨਾਲ, ਤਾਂ ਇਹ ਆਪਣੇ ਆਪ 'ਚ ਕਰੈਕਟ ਹੋਊਗੀ, ਇਹਦੇ 'ਚ ਕੋਈ ਗੜਬੜ ਨਹੀਂ ਹੈਗੀ। ਦੂਜੀ ਤੇ ਆ ਜਾਓ ਦਿੱਲੀਜ਼ ਪਾਪੂਲੇਸ਼ਨ, ਤਾਂ ਦਿੱਲੀ ਦੀ ਪਾਪੂਲੇਸ਼ਨ ਵੀ ਤਾਂ ਬੰਦਿਆਂ ਦੇ ਨਾਲ ਹੀ ਬਣਦੀ ਹੈ, ਤਾਂ ਇਹ ਵੀ ਕਹਿਣਾ ਆਪਣੇ ਆਪ ਦੇ ਵਿੱਚ ਬਿਲਕੁਲ ਕਰੈਕਟ ਹੈ। ਹੁਣ ਜੈਪੁਰਜ਼ ਲੇਕਸ, ਜੈਪੁਰਜ਼ ਲੇਕਸ, ਹੁਣ ਜਿਹੜੀਆਂ ਲੇਕਸ ਨੇ ਯਾਰ, ਲੇਕ ਕੋਈ ਲਿਵਿੰਗ ਐਂਟਿਟੀ ਥੋੜੀ ਨਾ ਹੁੰਦੀ ਹੈ, ਉਵੇਂ ਨਾ ਲੈ ਕੇ ਜਾਇਓ। ਹੁਣ ਇਹਨੂੰ ਤੁਸੀਂ ਕਹੋਗੇ ਜੀ ਉਹ ਤਾਂ ਜਿਉਂਦੀ ਜਾਗਦੀ ਹੈ, ਪਰ এনवायरमेंट ਤਾਂ ਇਹੀ ਕਹਿੰਦਾ ਹੈ। ਮੈਂ ਅੰਗਰੇਜ਼ੀ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰ ਰਿਹਾ, ਮੈਂ ਕੋਈ এনवायरमेंट ਦੇ ਪੁਆਇੰਟ ਆਫ ਵਿਊ ਤੋਂ ਗੱਲ ਨਹੀਂ ਕਰਾਂਗਾ, ਠੀਕ ਹੈ। ਤਾਂ ਲਿਵਿੰਗ ਥਿੰਗਸ 'ਚ ਨਹੀਂ ਆਉਂਦੀ, ਇਟ ਇਜ਼ ਅ ਨॉन ਲਿਵਿੰਗ ਥਿੰਗ। ਤੇ ਨॉन ਲਿਵਿੰਗ ਥਿੰਗ ਦੇ ਨਾਲ ਮੈਂ ਹਮੇਸ਼ਾ ਕਿਹਾ ਕਿ ਪਹਿਲਾ ਪੋਜੈਸ਼ਨ, ਫਿਰ ਆਫ, ਫਿਰ ਨਾउन। ਤਾਂ ਇੱਥੇ ਇਹ ਕਹਿਣਾ ਬਿਲਕੁਲ ਗਲਤ ਹੈ। ਤੁਸੀਂ ਕਹੋਗੇ ਲੇਕਸ ਆਫ ਜੈਪੁਰ, lakes of Jaipur is the correct word that must be used instead of Jaipur's lakes, right? ਹੁਣ ਅੱਗੇ ਆ ਜਾਓ, 1 days leave ਜਾਂ leave of 1 day ਕੀ ਹੋਣਾ ਚਾਹੀਦਾ। ਹੁਣ ਇਹ ਦਿਸ ਇਜ਼ ਇੰਪੋਰਟੈਂਟ। ਇਹ ਜਿਹੇ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਐਕਸੈਪਸ਼ਨਸ ਕਢਾਉਣਗੇ ਪੇਪਰ। ਯਾਰ ਲੀਵ ਲੈਣੀ ਆ ਕਿਸੇ ਨੇ, ਲੀਵ ਕੋਈ ਨॉन ਲਿਵਿੰਗ ਚੀਜ਼ ਤਾਂ ਨਹੀਂ ਲੈ ਜੂਗੀ। ਲੀਵ ਤਾਂ ਅਰਜੀ ਦਾ ਇੱਕ ਲਿਵਿੰਗ ਬੰਦੇ ਨੂੰ ਹੀ ਮਿਲੂਗੀ, ਕੋਈ ਮੇਲ ਫੀਮੇਲ ਹੀ ਆਪਦੇ ਦਫ਼ਤਰ ਤੋਂ ਜਾਏ ਜਿੱਥੋਂ ਵੀ ਲੀਵ ਛੁੱਟੀ ਲਊਗਾ ਨਾ। ਇਫ ਇਟ ਇਜ਼ ਲਿੰਕ ਟੂ ਲਿਵਿੰਗ ਤਾਂ ਇਹ ਆਪਣੇ ਆਪ 'ਚ ਕਰੈਕਟ ਹੈ ਕਿ 1 days ਲੀਵ। ਨਿਊ ਈਅਰ ਸੈਲੀਬ੍ਰੇਸ਼ਨ, ਹੁਣ ਨਿਊ ਈਅਰ ਸੈਲੀਬ੍ਰੇਸ਼ਨ ਕੋਈ ਚੀਜ਼ਾਂ ਦਾ ਨਹੀਂ, ਆਬਜੈਕਟਸ ਤਾਂ ਨਹੀਂ ਕਰਨਗੀਆਂ, ਉਹ ਵੀ ਤਾਂ ਇਨਸਾਨ ਹੀ ਕਰਨਗੇ, ਲਿਵਿੰਗ ਚੀਜ਼ਾਂ ਹੀ ਕਰਨਗੀਆਂ। ਤਾਂ ਲਿਵਿੰਗ ਚੀਜ਼ਾਂ ਕਰਨਗੀਆਂ ਤਾਂ ਕਹਿਣਾ ਬਿਲਕੁਲ ਕਰੈਕਟ ਹੈ। ਹੁਣ 1 month ਡਿਊਰੇਸ਼ਨ, ਹੁਣ 1 month ਡਿਊਰੇਸ਼ਨ ਦੇ ਵਿੱਚ ਇਟ ਇਜ਼ ਨਾਟ ਲਿੰਕਡ। ਇਹ ਤਾਂ ਨਹੀਂ ਕਿਹਾ ਕਿ 1 month ਦੀ ਡਿਊਰੇਸ਼ਨ ਤੇ ਸੈਲਰੀ ਮਿਲੂਗੀ, ਸੈਲਰੀ ਮਿਲੂਗੀ ਤਾਂ ਉਹ ਤਾਂ ਲਿਵਿੰਗ ਨੂੰ ਹੀ ਮਿਲਣੀ ਆ, ਤਾਂ ਉੱਥੇ ਤਾਂ ਤੁਸੀਂ ਲਿਵਿੰਗ ਵਾਂਗੂ ਕਾਊਂਟ ਕਰੋਗੇ। ਪਰ ਜਦੋਂ ਇੱਕ ਨਾਰਮਲ ਗੱਲ ਕੀਤੀ ਹੈ ਕਿ 1 month ਡਿਊਰੇਸ਼ਨ, ਹੁਣ ਮੰਥ ਇਜ਼ ਨਾਟ ਅ ਲਿਵਿੰਗ ਥਿੰਗ, ਦੈਟ ਇਜ਼ ਅ ਨॉन ਲਿਵਿੰਗ ਥਿੰਗ, ਤਾਂ ਇਹ ਆਪਣੇ ਆਪ 'ਚ ਗਲਤ ਹੈ। ਇੱਥੇ ਕਿਹਾ ਜਾਊਗਾ ਡਿਊਰੇਸ਼ਨ ਆਫ 1 month। ਕੀ ਕਿਹਾ ਜਾਊਗਾ ਜੀ? ਡਿਊਰੇਸ਼ਨ ਆਫ 1 month। ਇਹ ਕਹਿਣਾ ਆਪਣੇ ਆਪ ਦੇ ਵਿੱਚ ਕਰੈਕਟ ਹੈ ਇਸ ਦੇ ਵਿੱਚ, ਸਮਝ ਗਏ।
हुण होर आ जाओ, इत्थों बड़ी वधिया चीज़ है, देखियो अर्थस ब्यूटी। हुण एक हैगा मार्स डिस्टेंस, जेड़ा तो मैं लिख रहा मार्स डिस्टेंस, दिस इज रॉन्ग। अर्थ ब्यूटी इज ओके, वाई सो? है आ भी प्लैनेट है ये भी प्लैनेट है, एवें क्यों है कि मार्स की जिहड़ी मैं डिस्टेंस लिखता उन्होंने मैं गलत करता, तो जिहड़ा अर्थ ब्यूटी लिखती उन्होंने मैं करैक्ट करता। रीजन इज लिविंग एंड नॉन लिविंग थिंग्स। बई अर्थ के उत्ते लाइफ एग्जिस्ट करती है, इत्थे ऑक्सीजन है, इत्थे पानी है, जिउ सकते ने मतलब लिविंग चीज़ां, पर मार्स के उत्ते लाइफ एग्जिस्ट ही नहीं करती। इस करके मार्स के कंटैक्सट जो मैं लिखूंगा तो इनू मैं नॉन लिविंग मन के कोई गल लिखूंगा, जो मैं अर्थ के कंटैक्सट चलूंगा तो इनू मैं लिविंग मन के चलूंगा। तो अर्थस ब्यूटी कहना इज टोटली करैक्ट, पर मार्स डिस्टेंस कहना रॉन्ग। मैं बोलूंगा डिस्टेंस ऑफ मार्स। की बोलूंगा जी? डिस्टेंस ऑफ मार्स फ्रॉम अर्थ इज डैश 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 किलोमीटर, ठीक है, या फिर लाइट ईयर कह लो सिंपली, क्योंकि दूर की तो आप लाइट ईयर की डिस्टेंस मेजर करते हैं ना। तो दिस इज ऑल अबाउट द पोजेसिव केस ऑफ नाउन, कि नाउन के पोजेसिव केस नूं असीं किवें लैके चलते हैं। अगे आ जाओ, हुण आ गए मेरे को कंपाउंड नाउन, जिन्हों असीं समासी शब्द बोल रहे हैं, ठीक है। समासी शब्दों का इस्तेमाल आपां पंजाबी च बहुत करते हैं, ठीक है। इन्हां नूं आपां किवें लिखते हैं, ये भी इंपॉर्टेंट है, ये भी पेपरों के विच पूछे जाते हैं। नाउन चो बहुत पेपर पैंदा यार, मैं इसे करके कंसीडर कि नाउन नूं तां बहुत ज़्यादा डिटेल च पढ़ना, आप जिन्नी डिटेल च पढ़ सकते हैं, क्योंकि नाउन चो लाजमी है कि सवाल बनता ही बनता है। मैं दसी रहूँगा कि यार सवाल इत्थों भी बनया इत्थों भी बनया, मैं नाल नाल तुहानूं दसदा चलूँगा। कहना जदों असीं इन्हां दी प्लूरल फॉर्म लिखते हैं, जिन्ने समासी शब्द हुंदे ने, कंपाउंड नाउन हुंदे ने, इन्हां दे विच जिहड़ा भी, ठीक है, प्लूरल बनाउण वेले एस जां ई एस हमेशा मेजर वर्ड दे नाल लगदा है। मेजर वर्ड कहने का की मतलब है, जिमें हुण उरे ब्रदर इन लॉ है, ब्रदर इन लॉ, मैं कहां इहदा प्लूरल बनाओ तो तुसी एस जां ई एस लाओगे तो मेजर वर्ड नाल लाओगे। मेजर वर्ड इत्थे की है? ब्रदर। तुसी जे इत्थे लॉज ला दाने हो तो दैट इज टोटली रॉन्ग, तुसी कहोगे ब्रदर्स इन लॉ, तो ब्रदर्स इन लॉ कहना अपने आप च करैक्ट है। जिमें हुण मैंबर ऑफ पार्लियामेंट है, मैंबर ऑफ पार्लियामेंट दे विच मैंबर्स ऑफ पार्लियामेंट इज करैक्ट। आ बहुत पूछा जाता, पासर बाय दे नाल यूजली की कर दिता जाता कि इत्थे पासर बायज ला दिता जाता, दैट इज रॉन्ग। तुसी लिखोगे पासर्स बाय। कदों? जदों असी ने की दिखाना होवे, जदों असी ने दिखाना होवे उहदी प्लूरल फॉर्म। जे मैं उरे लाना तो इहदा की मतलब, अच्छा तुसी मैनूं दस सकदे हो, जे मैं उरे लिखदा ब्रदर इन लॉज, ये मैनूं की दिखाउंदा है? ये मैनूं पोजैशन दिखाउंदा। मैं कह सकदा दिस हाउस इज ऑफ, या माई ब्रदर इन लॉज हाउस इज ब्यूटीफुल, मतलब मेरे ब्रदर इन लॉ दा घर, उस घर के उत्ते मलकीयत दिखाई। मलकीयत दिखानी है जिवें आपां पिछे कीता है, लिविंग चीज़ है तो इत्थे अपोस्ट्रोफ पा के एस ला दो, करैक्ट है। पर जदों तुसीं प्लूरल बनाउणा है तो जिहड़ा मेजर वर्ड है ब्रदर, इहदे नाल पिछे एस होना चाहिए, दैट इज इंपॉर्टेंट। हुण जिवें आपां इत्थे देखदे हां, हुण आह चीज़ां नूं देखो तुसीं, हुण मैंबर ऑफ पार्लियामेंट्स स्पीच वाज ऑडिबल, तो इत्थे इस स्पीच दे उत्ते मलकीयत किहदी है? मैंबर ऑफ पार्लियामेंट दी। तो पार्लियामेंट दे पिछे अपोस्ट्रोफ पा के एस लाउणा बिल्कुल सही है, क्योंकि ये सेंटेंस दे विच मैं प्लूरल नहीं बनाउण जा रहा, मैं सिर्फ ये दस रहा कि ये स्पीच किहने दिता? मैंबर ऑफ पार्लियामेंट ने दिता है। तो इस करके दिस इज द करैक्ट, ये करैक्ट है। पर जे उरे देखोगे कमांडर इन चीफ पोस्ट वाज वेकेटेड, आ भी ठीक है, क्योंकि कमांडर इन चीफ की पोस्ट किहड़ी? कमांडर इन चीफ की, तो आ भी मलकीयत वाली गल है, ठीक है। चेयरपर्सनस ऑर्डर्स, आ भी बिल्कुल ठीक है। पर एक चीज़ इंपॉर्टेंट चीज़ हुण इत्थे नोट करियो, अगे होर भी चीज़ां दसदा इस दे नाल कंटैक्सट दे विच की चीज़ां पेपर च आउंदियां ने, वो दसूंगा सारियां। हुण जदों ना सिक्वेंशियल पोजैशन दिखाउणी होवे, जिवें तुसीं आ देखो, माई नेबर्स वाइफ्स डॉग वाज किल्ड, मतलब इत्थे भी पोजैशन है, इत्थे भी पोजैशन है, ये डॉग के उत्ते पोजैशन है। डॉग दस्सिया भी किहदा डॉग है, मतलब की हो गया? दो नाउन आ गए मेरे को इकट्ठे, तो नाउन दे नाल पोजैशन आ गई। इन्हें नाल किवें डील करना है, मोस्ट इंपॉर्टेंट चीज़ है, ध्यान दिओ। तुसीं की करना है, इनू लिखिया जाता पोजैशन ऑफ नाउन वन, ये नाउन वन दे नाल एस लग जाता, तो नाउन टू एज इट इज। किवें? मैं लिखूंगा माई नेबर्स वाइफ्स डॉग वाज किल्ड नूं, एक गलत है अपने आप दे विच, करैक्ट किवें बनू? पहला दिखाओ पोजैशन, पोजैशन की है? डॉग, डॉग दे नाल ऑफ लग्या, यानी कि पोजैशन दे नाल लग्या ऑफ। उस तो बाद पहला की सीगा नाउन माई नेबर, तो माई नेबर दे नाल लाता एस, वाइफ नूं एज इट इज लिखिया, तो करैक्ट की बनिया? डॉग ऑफ माई नेबर्स वाइफ वाज किल्ड। इहदा बनाओ अपने आप। राहुल्स फ्रेंड्स हाउस वाज बर्नट,
आ मेरे को पहला नाउन ये पोजैशन, दूजी आ पोजैशन। बेसिकली पोजैशन किहदे उत्ते? हाउस दे उत्ते। तो पहला पोजैसिव पोजैशन नूं चक्को, पोजैशन की आ हाउस, हाउस ऑफ, पहला की सी राहुल, राहुल दे नाल एस रखो, राहुल्स फ्रेंड कल्ला ही आऊगा, ये पिछे एस नहीं होना चाहिए, तो तुसीं की कहोगे हाउस ऑफ राहुल्स फ्रेंड वाज बर्नट, यही अपने आप दे विच करैक्ट हो गया। तो जदों सीक्वेंशियल पोजैशन आऊगी मेरे को दो या तीन जिन्ने भी आउंदे ने तो उहदे नाल किवें डील करना, एवें डील करना। मैं उम्मीद करना कि समझ आ गया। दिस इज इंपॉर्टेंट पॉइंट, ये चंगे पेपर दे विच पुछया जा सकता है। हुण होर इहदे विच आपां की एरर करदे आ, हुण इहदे विच कॉमन पोजैशन ते स्प्लिट पोजैशन नूं लैके सब तो वध एरर पेपर पुछदा ते असीं करदे भी हां एरर। की है इहनूं आपां समझण दी कोशिश करदे आ कि इहदे विच की हुंदा गा एक्चुअल दे विच। लओ एक गल नूं समझो देखो, कहंदा कॉमन पोजैशन ते स्प्लिट पोजैशन दा की मतलब होया। पहला तो रूल एक चीज़ का समझो, उदों बाद फिर मैं तुहानूं ये भी समझा दूंगा गल कि की मतलब होया। कहंदा जे तां तुहाडे कोले कॉमन पोजैशन है फिर तो तुसीं नाउन 1 एंड नाउन विच एंड ला के नाउन 2 दे पिछे एस लाओगे, उदों बाद पोजैशन दिखाओगे। यह सिंगुलर भी हो सकता, प्लूरल भी हो सकता, काउंटेबल है, मतलब काउंटेबल इस चीज़ पर डिपेंड करूगा। जे स्प्लिट पोजैशन है फिर तुसीं दोनों नूं वखरा वखरा लिखोगे, फिर पहले दे नाल भी तुहानूं एस लाउणा पऊ, दूजे दे नाल भी अपोस्टोच पा के एस लाउणा पऊ, ते हमेशा प्लूरल होऊगा। गल समझ नहीं आई, गल आऊगी उदाहरणों तो समझ। देखो जिवें मैं एक इहो जी उदाहरण चकदा, आ लो अरिजीत एंड रफी सॉन्ग, कि यह सेंटेंस मैं करैक्ट लिखा कि गलत लिखा? पहला तो ये देखो कि यह कॉमन पोजैशन है कि स्प्लिट पोजैशन है। हुण अरिजीत अज दे जमाने का सिंगर है, मुहम्मद रफी पुराने जमाने का सिंगर है, तुहाडे फादर साहब या फिर ग्रैंड फादर होरां साहब के जमाने का। ਇਹਦੇ गाने अड होणगे, ਇਹਦੇ गाने अड होणगे, ਇਹਦਾ मतलब ਇਹ स्प्लिट पोजैशन च पैंदा है। जे स्प्लिट पोजैशन च पैंदा है तो दोनों के नाल एस अलग अलग लगना चाहिए तो होने भी प्लूरल चाहिए ने। तो इनू करैक्ट करके किवें लिखिया जाना चाहिए? अरिजीत एंड रफीज सॉन्ग्स, ये कहना अपने आप दे विच बिल्कुल करैक्ट है। ਇਹਦਾ मतलब की हो गया? फिर गलत हो गया। हुण इत्थे समझो दीपिकाज एंड रणवीरज वैडिंग, बई ब्याह दीपिका ते रणवीर दा होया, दोवां दा। ये तो नहीं कि दीपिका का किसी होर नाल होया, रणवीर का किसी होर नाल होया, दोवां ने इकट्ठी ब्याह कराया। तो फिर कॉमन पोजैशन है कि स्प्लिट पोजैशन है? ये तो कॉमन पोजैशन होगी। जे कॉमन पोजैशन है फिर दोनों के नाल किवें लाता? करैक्ट की होना चाहिए? दीपिका एज इट इज लिखो, दूसरा जिहड़ा लिखा होया एंड रणवीर ਇਹਦੇ ਨਾਲ पाओ, ठीक है, रणवीरस वैडिंग। तो ये हैल्पिंग वर्ब डिपेंड करूगा कि जे एक एक ने तो आप की लावांगे सिंगुलर हैल्पिंग वर्ब यूज होंदा यूजली, जे वध ने तो उस केस दे विच तुहाडे कोले ये हो सकता है। उन्होंने चलो छड्डो, इत्थे हैल्पिंग वर्ब दा एडा मुद्दा नहीं, इत्थे मुद्दा हैगा पोजैशन दा। आपां पोजैशन ते डिस्कशन कर रहे हैं, पोजैशन किवें चूज करनी है। अच्छा ये दसो ये करैक्ट है कि गलत है? कार्तिक एंड सुजैन डिवोर्स, हुण इत्थे मतलब ये हसबैंड वाइफ ने तो डिवोर्स दोनों का ही हो रहा है, तो दोने कॉमन पोजैशन च पै रहे ने, तो इत्थे एस लाउणा गलत है। कार्तिक एंड सुजैन डिवोर्स कहना अपने आप च करैक्ट है। अच्छा हुण दसो मैनू, दिस इज इंपॉर्टेंट, राम एंड श्याम्स फ्रेंड या फ्रेंड्स की आऊगा? हुण दो गल्लां ने, जे तुसीं इन्हां नूं अलग अलग लै ही लिया, मतलब राम दे अड श्याम दे अड, ठीक है, फिर तुसीं इस केस दे विच दोहां दे विचों मैं की चूज करदा? इहदे दोनों ही चूज हो सकते हैं। क्यों चूज हो सकते हैं? राम का फ्रेंड अलग हो सकता, श्याम का फ्रेंड अलग हो सकता, राम के फ्रेंड्स अलग हो सकते हैं, श्याम के फ्रेंड्स अलग हो सकते हैं। एवें इत्थे केस है, राम एंड श्याम्स फ्रेंड या फ्रेंड्स दोनों ही लग सकते हैं, ठीक है, ये कोई गड़बड़ नहीं, ये भी करैक्ट है, ये भी करैक्ट है, क्योंकि एक दोस्त भी हो सकता, वध दोस्त भी हो सकते हैं। ये तो अपने इत्थे लिखा ही है कि ये काउंटेबल ने, सिंगुलर भी हो सकता, प्लूरल भी हो सकता, दोनों ही जा सकते हैं। मतलब राम तो श्याम दे हो सकता 5 दोस्त कॉमन होण, तो उन्होंने बारे गल की गई तो आप फ्रेंड्स बोलांगे, ठीक है। कल्ले कल्ले भी उन्होंने एक तो वध दोस्त हो सकते हैं, राइट, तो दोनों चीज़ां ही चल सकदियां ने। अच्छा आ दसो करैक्ट है या गलत है? इंडिया एंड पाकिस्तान LOC, ये कढ़ के दो मैनू भी की है, सही है या गलत है? देखो इंडिया एंड पाकिस्तान LOC की जे आप गल करिए, हुण दोहां दी बई LOC तो कॉमन ही है ना। आ विचाले एक लाइन मारी हुई है, इधर भारत है इधर पाकिस्तान है, यदी अड्ड तां नहीं, यदी अड्ड तां नहीं है, तो एक ही है। तो पोजैशन कॉमन है कि स्प्लिट? तुसीं कहोगे कॉमन है जी, फिर जे कॉमन है फिर इत्थे लाउण दा कोई मतलब नहीं बनता। इंडिया एंड पाकिस्तान LOC कहना अपने आप दे विच करैक्ट है। मैं मतलब समझाउणा चाहुंदा सीगा कॉमन पोजैशन दा ते स्प्लिट पोजैशन दा। इन्नियां उदाहरणां नाल मैं उम्मीद करदा
कि कॉमन पोजैशन ते स्प्लिट पोजैशन दे विच मतलब समझ लग गया होगा तुहानूं कि की हुंदा। सो इस लैक्चर नूं आपां इत्थे वाइंड अप करांगे। इहदे दूजे पोर्शन दे विच आपां फ्रैक्शन रूल, ठीक है, फिर न्यूमरल यूनिट वाला केस, फिर आर्बिटरी यूनिट ਇਹਦੇ ਵਿੱਚ यूज ਹੁੰਦੇ ਨੇ, ਅਬਦ ਵਾਲਾ ਕੰਸੈਪਟ, ਸਭ ਤੋਂ ਇੰਪੋਰਟੈਂਟ ਐਰਰ ਆਫ ਪ੍ਰੋਕਸੀਮਿਟੀ ਕਿਵੇਂ ਇਹਦੇ 'ਚ यूज ਹੁੰਦਾ ਹੈ, ਠੀਕ ਹੈ, ਤੇ ਕੁਝ ਸੁਪਰਫਲੂਅਸ ਚੀਜ਼ਾਂ ਜਾਂ ਫਿਰ ਸਿੰਗੂਲਰ ਡਬਲ ਕਿਹਦੇ ਨਾਲ ਅਸੀਂ ਲਾਉਂਦੇ ਆ ਕਿਹਦੇ ਨਾਲ ਨਹੀਂ ਲਾਉਂਦੇ, ਆ ਸਾਰੀਆਂ ਚੀਜ਼ਾਂ ਲੈਟਿਨ ਦੇ ਸ਼ਬਦਾਂ ਦੇ ਵਿੱਚ ਕਿਵੇਂ ਸਿੰਗੂਲਰ ਤੋਂ ਪਲੂਰਲ ਬਣਾਉਣਾ, ਪਲੂਰਲ ਤੋਂ ਸਿੰਗੂਲਰ ਬਣਾਉਣਾ, ਇਹ ਚੀਜ਼ ਆ ਗਈ ਮੇਰੇ ਕੋਲੇ। ਤੇ ਲਾਸਟ ਦੇ ਵਿੱਚ ਆਪਾਂ ਕਰਾਂਗੇ ਪ੍ਰੈਕਟਿਸ ਦੇ ਕੁਐਸਚਨ ਇਹਦੇ, ਜਿਹੜੇ ਪੂਰਾ ਦੋਨੋਂ ਲੈਕਚਰ ਜਦੋਂ ਕੰਪਲੀਟ ਹੋ ਗਏ ਤਾਂ ਪਹਿਲਾ ਪੋਰਸ਼ਨ, ਕਿਉਂਕਿ ਨਹੀਂ ਤਾਂ ਦੇਖੋ ਨਾउन ਨੂੰ ਜਦੋਂ ਡਿਟੇਲ 'ਚ ਪੜ੍ਹਨਾ ਨਾ ਤਾਂ ਲਗਭਗ 2 ਘੰਟੇ ਲੱਗਦੇ ਨੇ ਯਾਰ ਪੂਰੀ ਡਿਟੇਲ 'ਚ ਆਪਾਂ ਨੂੰ ਪੜ੍ਹਨ ਵਾਸਤੇ। ਤੇ 2 ਘੰਟਿਆਂ ਨੂੰ ਜੇ ਮੈਂ 2 ਘੰਟੇ ਦਾ ਲੈਕਚਰ ਬਣਾਤਾ ਫਿਰ ਥੱਲੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਨੇ ਵੀ ਐਡੇ ਲੰਬੇ ਨਾ ਜੀ ਲੈਕਚਰ, ਛੋਟੇ ਛੋਟੇ ਬਣਾਓ। ਦੇਖੋ ਯਾਰ ਜਦੋਂ ਕਿਸੇ ਚੀਜ਼ ਨੂੰ ਫਿਰ ਰੀਝ ਨਾਲ ਪੜ੍ਹਨਾ ਨਾ, ਫਿਰ ਐ ਨਾ ਦੇਖੋ ਯਾਰ ਵੀ ਲੈਕਚਰ 2 ਘੰਟਿਆਂ ਦੇ ਬਣਦੇ ਨੇ ਸਾਨੂੰ ਜਾਂ 3 ਘੰਟਿਆਂ ਦੇ ਬਣਦੇ ਨੇ। ਰੀਝ ਨਾਲ ਚੀਜ਼ ਪੜ੍ਹਨ ਤੇ ਤਾਂ ਫਿਰ ਸਮਾਂ ਲੱਗੂਗਾ ਹੀ ਯਾਰ। ਜੇ ਤੁਸੀਂ ਉਹੀ ਸ਼ਾਰਟਕਟ ਰਾਹ ਲੱਭਣੇ ਨੇਗੇ, ਫਿਰ ਜੋ ਪੇਪਰਾਂ ਦਾ ਅੱਜ ਕੱਲ੍ਹ ਟ੍ਰੈਂਡ ਚੱਲ ਪਿਆ ਹੋਇਆ, ਠੀਕ ਹੈ, ਤਾਂ ਉਹ ਫਿਰ ਸ਼ਾਰਟਕਟ ਵਾਲਾ ਬੰਦਾ ਬੜੀ ਦੂਰ ਤੱਕ ਜਾਂਦਾ ਨਹੀਂ ਹੈਗਾ, ਉਹ ਕਿਤੇ ਨਾ ਕਿਤੇ ਮਾਰ ਖਾਊਗਾ ਹੀ ਖਾਊਗਾ। ਤਾਂ ਸ਼ਾਰਟਕਟ ਨਾ ਲੱਭਣ ਦੀ ਕੋਸ਼ਿਸ਼ ਕਰੋ। ਜਦੋਂ ਚੀਜ਼ ਨੂੰ ਪੜ੍ਹਨ ਹੀ ਲੱਗੇ ਹੋ ਤਾਂ ਰੀਝ ਨਾਲ ਪੜ੍ਹ ਕੇ ਫਿਰ ਉਸ ਤੋਂ ਬਾਅਦ ਉਹਦਾ MCQ ਫਲਾਣਾ ਧਮਕਾਣਾ ਉਹਦੇ ਤੇ ਪਹੁੰਚੋ। ਤਾਂ ਇੰਗਲਿਸ਼ ਪੰਜਾਬੀ ਵੀ ਮੈਂ ਕਵਰ ਕਰ ਰਿਹਾ, ਨਾਲ ਨਾਲ ਤੁਸੀਂ ਡੈਮੋ ਲੈਕਚਰ YouTube ਤੇ ਦੇਖੇ ਨੇ, ਆਲਮੋਸਟ ਪੰਜਾਬੀ ਕਵਰ ਕਰਤੀ ਹੈ, ਬਹੁਤ ਹੀ ਡਿਟੇਲ ਦੇ ਵਿੱਚ ਵਿਆਕਰਨ, ਮਤਲਬ ਕਈ ਕਿਤਾਬਾਂ ਦੇ ਵਿੱਚੋਂ ਚੱਕ ਕੇ ਜੋ ਰੀਸੈਂਟ ਪੇਪਰਾਂ ਦਾ ਟ੍ਰੈਂਡ ਚੱਲ ਰਿਹਾ ਉਹਨੂੰ ਬਿਲਕੁਲ ਧਿਆਨ ਦੇ ਵਿੱਚ ਰੱਖ ਕੇ ਪੰਜਾਬੀ ਨੂੰ ਕਵਰ ਕੀਤਾ ਗਿਆ। ਕੋਈ ਵੀ ਚੀਜ਼ ਸਕਿਪ ਨਹੀਂ ਕੀਤੀ ਗਈ ਉਹਦੇ ਵਿੱਚ, ਇੱਕ ਵੀ ਚੀਜ਼, ਠੀਕ ਹੈ। ਸਿਮਿਲਰਲੀ ਜੋ ਫੈਕਚੁਅਲ ਸਪੋਰਟਸ ਨੂੰ ਲੈ ਕੇ, ਲਿਟਰੇਚਰ ਨੂੰ ਲੈ ਕੇ ਹਰ ਚੀਜ਼ ਅਸੀਂ ਆਪਣੇ ਕੋਰਸ ਦੇ ਵਿੱਚ ਇਨਕਲੂਡ ਕਰ ਦਿੱਤੀ ਹੈ। ਤਾਂ ਸਾਡੇ ਆਲਰੇਡੀ ਇਸ ਟਾਈਮ ਦੇ ਉੱਤੇ SI ਨੂੰ ਲੈ ਕੇ, ਠੀਕ ਹੈ, ਜਾਂ ਪੰਜਾਬ ਪੁਲਿਸ ਦੇ ਜਿੰਨੇ ਵੀ ਆਉਣ ਵਾਲੇ ਪੇਪਰ ਨੇ, ਤੇ PSSB, ਇਹ ਤੋਂ ਇਲਾਵਾ ਇੱਕ ਸੈਪਰੇਟ ਜੇ ਮੈਂ ਗੱਲ ਕਰ ਲਵਾਂ ਐਕਸਾਈਜ਼ ਇੰਸਪੈਕਟਰ ਦਾ ਕੋਰਸ, ਉਹ ਇੱਕ ਸੈਪਰੇਟ ਚੱਲ ਰਿਹਾ। ਹੁਣ ਤਾਂ ਐਕਸਾਈਜ਼ 'ਚ ਵੀ ਟਾਈਮ ਬਹੁਤ ਮਿਲ ਗਿਆ, 2-3 ਮਹੀਨੇ। ਹੁਣ ਤੱਕ ਮੈਨੂੰ ਕਈ ਕਾਲਾਂ ਆਉਂਦੀਆਂ ਸੀ, ਮੈਂ ਉਹਨਾਂ ਨੂੰ ਮਨਾ ਕਰ ਦਿੰਦਾ ਸੀ ਐਕਸਾਈਜ਼ ਦਾ ਲੈਣ ਤੋਂ ਕੋਰਸ। ਉਹਦਾ ਕਾਰਨ ਸੀ, ਮੈਂ ਕਿਹਾ ਸੀ ਯਾਰ ਇੰਨੇ ਟਾਈਮ ਤੋਂ ਤੁਹਾਡੇ ਤੋਂ ਕਵਰ ਹੀ ਨਹੀਂ ਹੋਣਾ, ਕਿਉਂ ਪੈਸੇ ਵੱਟੋਗੇ ਆਪਣੇ, ਖਰਾਬ ਕਰੋਗੇ। ਹਾਂ ਹੁਣ ਤੁਸੀਂ ਲੈ ਸਕਦੇ ਹੋ, ਕਿਉਂਕਿ ਹੁਣ ਤੁਹਾਡੇ ਕੋਲੇ ਲਗਭਗ 3 ਮਹੀਨੇ ਦਾ ਘੱਟੋ ਘੱਟ ਹੈਗੀ ਨੇ ਐਕਸਾਈਜ਼ ਨੂੰ ਲੈ ਕੇ, ਤੇ 3 ਮਹੀਨਿਆਂ ਦੇ ਵਿੱਚ ਤੁਸੀਂ ਬੜੀ ਤਸੱਲੀ ਬਖਸ਼ ਤਿਆਰੀ ਕਰ ਸਕਦੇ ਹੋ ਆਪਣੀ। ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰੋਗੇ, ਪ੍ਰਦੀਪ ਸਰ ਦੇ ਨੰਬਰ ਤੇ 99 146 85 650। ਜਦੋਂ ਤੁਸੀਂ ਕੋਰਸ 'ਚ ਜਦੋਂ ਅਨਰੋਲ ਹੁੰਦੇ ਹੋ, ਪ੍ਰਦੀਪ ਸਰ ਤੁਹਾਡੀ ਪੂਰੀ ਸਟ੍ਰੈਟਜੀ ਬਣਵਾਉਣਗੇ। ਮਤਲਬ ਉਹ ਤੁਹਾਨੂੰ ਇੱਕ ਪੂਰਾ ਸ਼ਡਿਊਲ ਬਣਾ ਕੇ ਕਿ ਪਹਿਲਾਂ ਤੁਸੀਂ ਆਹ ਸਬਜੈਕਟ ਕਵਰ ਕਰਨਾ, ਫਿਰ ਤੁਸੀਂ ਆਹ ਸਬਜੈਕਟ ਕਵਰ ਕਰਨਾ ਹੈ, ਫਿਰ ਆਹ ਕਰਨਾ ਹੈ, ਕਿਉਂਕਿ ਉਹ ਉਸੇ ਹਿਸਾਬ ਨਾਲ ਤੁਹਾਡੇ ਟੈਸਟ ਵੀ ਲੈਣਗੇ। ਜਿਵੇਂ ਹੁਣ ਤੱਕ ਸਰ 2 ਟੈਸਟ ਅਸੀਂ ਕੰਡਕਟ ਕਰ ਚੁੱਕੇ ਹਾਂ। ਐਕਸਾਈਜ਼ ਦੇ ਕੰਟੈਕਸਟ 'ਚ ਗੱਲ ਕਰ ਰਿਹਾ ਮੈਂ, ਐਕਸਾਈਜ਼ ਤੇ SI ਪੂਰੇ PSSB ਬੈਚ 'ਚ, ਜਿਹਦੇ ਵਿੱਚ ਆਪਾਂ ਪੰਜਾਬ ਦਾ ਤੇ ਪੋਲਿਟੀ ਦਾ ਇਹ 2 ਟੈਸਟ ਕਵਰ ਹੋ ਗਏ ਸਬਜੈਕਟ ਵਾਈਜ਼। ਪਹਿਲਾਂ ਆਪਾਂ ਸਬਜੈਕਟ ਤੁਸੀਂ ਕਵਰ ਕਰਨਾ ਹੈ, ਸਬਜੈਕਟ ਕਵਰ ਕਰਨ ਤੋਂ ਬਾਅਦ ਉਸ ਸਬਜੈਕਟ ਦੇ MCQ ਕਵਰ ਕਰਨੇ ਨੇ, ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕੀਤਾ ਜਾਊਗਾ। MCQ ਕਵਰ ਕਰਨ ਤੋਂ ਬਾਅਦ ਦੈਨ ਤੁਸੀਂ ਟੈਸਟ 'ਚ ਬੈਠਣਾ, ਟੈਸਟ ਦੇਣਾ ਹੈ, ਤੇ ਟੈਸਟ ਦਾ ਫੁੱਲੀ ਤੁਹਾਨੂੰ ਐਨਾਲਿਸਿਸ ਮਿਲੂਗਾ ਨਾਲ ਦੀ ਨਾਲ, ਜਿਹੜਾ ਟੈਸਟ ਕੰਡਕਟ ਕੀਤਾ ਜਾਊਗਾ। ਇਸ ਵੇ ਨਾਲ ਅਸੀਂ ਤਿਆਰੀ ਕਰਵਾ ਰਹੇ ਹਾਂ। ਬਾਕੀ ਹੋਰ ਜ਼ਿਆਦਾ ਡਿਟੇਲ 'ਚ ਤੁਸੀਂ ਇਸ ਨੰਬਰ ਤੇ ਕੰਟੈਕਟ ਕਰੋਗੇ, ਤੁਹਾਨੂੰ ਸਾਰੀ ਡਿਟੇਲ ਮਿਲ ਜੂਗੀ। ਕੱਲਾ ਕੱਲਾ ਸਬਜੈਕਟ ਫੁੱਲ ਡਿਟੇਲ 'ਚ ਕਰਵਾਇਆ ਗਿਆ। ਜਿੰਨੀਆਂ ਇਹ ਹੁਣ ਵੀਡੀਓਜ਼ ਮੈਂ ਜਿਹੜੀ ਵੀ ਇਹ ਵੀਡੀਓ ਤੁਹਾਨੂੰ ਪਾ ਰਿਹਾ, ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਹਰ ਉਸ ਸਬਜੈਕਟ ਦੀਆਂ ਡੈਮੋ ਵੀਡੀਓ ਥੱਲੇ ਮਿਲ ਜਾਣਗੀਆਂ, ਠੀਕ ਹੈ। 2 ਹੀ ਬੰਦੇ ਆ ਪੜਾਉਣ ਵਾਲੇ ਇਹਦੇ ਉੱਤੇ ਪੂਰੇ ਕੋਰਸ ਜਿਹਦਾ ਕੰਪਲੀਟ ਕੀਤਾ, ਗੁਰਸ਼ਰਨ ਸਰ ਤੇ ਮੈਂ, ਯਾਨੀ ਕਿ ਰਸ਼ਵਿੰਦਰ। ਤੇ ਅੱਧੇ ਸਬਜੈਕਟ ਉਹਨਾਂ ਨੇ ਕਵਰ ਕੀਤੇ, ਅੱਧੇ ਸਬਜੈਕਟ ਮੇਰੇ ਦੁਆਰਾ ਕਵਰ ਕੀਤੇ ਗਏ ਨੇ। ਤੁਸੀਂ ਕੱਲੇ ਸਬਜੈਕਟ ਨੂੰ ਚੈੱਕ ਕਰ ਸਕਦੇ ਹੋ, ਮਤਲਬ ਕੱਲੇ ਸਬਜੈਕਟ ਦੀ ਤੁਸੀਂ ਵੀਡੀਓ ਦੇਖੋ ਡਿਟੇਲ ਦੇ ਵਿੱਚ ਵੀ ਕਿਸ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਪੜ੍ਹਾਇਆ। ਪਹਿਲਾਂ ਤੁਸੀਂ ਪੂਰੀ ਆਪਣੀ ਤਸੱਲੀ ਕਰੋ, ਪੂਰੀ ਪਲੇਲਿਸਟ ਨੂੰ ਦੇਖ ਕੇ, ਹਰ ਸਬਜੈਕਟ ਨੂੰ ਦੇਖ ਕੇ ਕਿ ਕੱਲੇ ਸਬਜੈਕਟ ਨੂੰ ਵੀ ਹਰ ਸਬਜੈਕਟ ਕੰਪਲੀਟ ਕਰਾਇਆ ਤੇ ਕਿਸ ਵੇ ਨਾਲ ਕੰਪਲੀਟ ਕਰਵਾਇਆ। ਜੇ ਉਸ ਤੋਂ ਬਾਅਦ ਤੁਹਾਨੂੰ ਜੇ ਕੋਰਸ ਪਸੰਦ ਆਉਂਦਾ ਹੈ, ਫਿਰ ਤੁਹਾਡੇ ਮਨ 'ਚ ਕੋਈ ਡਾਊਟ ਹੈ, ਫਿਰ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਇਹ ਤੋਂ ਇਲਾਵਾ ਕਿਸੇ ਹੋਰ ਬੱਚੇ ਨੂੰ ਆਪਣੀ ਤਿਆਰੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਡਾਊਟ ਹੈ, ਚਾਹੇ ਕਿਸੇ ਹੋਰ ਇੰਸਟੀਚਿਊਟ ਤੋਂ ਵੀ ਕਰ ਰਿਹਾ ਹੈ, ਕਿਸੇ ਵੀ ਤਰ੍ਹਾਂ ਦੀ ਸਾਡੇ ਤੋਂ ਗਾਈਡੈਂਸ ਲੈਣਾ ਚਾਹੁੰਦਾ ਤਾਂ ਮੋਸਟ ਵੈਲਕਮ, ਵੀ ਆਰ ਆਲਵੇਜ਼ ਓਪਨ। ਤਾਂ ਆਪਣੀ ਅੱਜ ਦੀ ਡਿਸਕਸ਼ਨ ਇੰਨੀ ਹੈ। ਤਾਂ ਅਗਲੇ ਪਾਰਟ ਦੇ ਵਿੱਚ ਆਪਾਂ ਇਹਦਾ ਬਚਦਾ ਹੋਇਆ ਹਿੱਸਾ ਕਵਰ ਕਰਾਂਗੇ ਨਾउन ਦਾ, ਤੇ ਨਾउन ਨੂੰ ਕੰਪਲੀਟ ਕਰਾਂਗੇ ਵਿਦ ਪ੍ਰੈਕਟਿਸ MCQs। ਪਰ ਤੁਹਾਡੀ ਡਿਊਟੀ ਕੀ ਹੈ ਕਿ ਜਿੰਨਾ ਮੈਂ ਪਾਰਟ ਕਰਾਤਾ ਇਹਨੂੰ ਰਿਵਾਈਜ਼ ਕਰਨਾ। ਇਹਦਾ ਫਾਇਦਾ ਤਾਂ ਹੀ ਹੈ ਜੇ ਇਹਦੀ ਰਿਵੀਜ਼ਨ ਹੋਊਗੀ। ਪੜਾਉਂਦਾ ਹੋਇਆ ਤਾਂ ਇੱਥੇ ਮੈਂ ਬਹੁਤ ਵਧੀਆ ਲੱਗੂਗਾ ਵੀ ਕਿਆ ਬਾਤ ਹੈ, ਗੱਲ ਬਣ ਗਈ।
10 ਦਿਨਾਂ ਬਾਅਦ ਸਭ ਭੁੱਲ ਜਾਊਗਾ ਜੇ ਰਿਵਾਈਜ਼ ਨਾ ਕੀਤਾ। ਰਿਵਾਈਜ਼ ਕਰਨੀ ਤੁਹਾਡੀ ਡਿਊਟੀ ਹੈ, ਕੱਲੀ ਕੱਲੀ ਚੀਜ਼ ਡਿਟੇਲ 'ਚ ਤੁਹਾਡੇ ਖਾਨੇ 'ਚ ਪਾਉਣੀ ਉਹ ਮੇਰੀ ਡਿਊਟੀ ਹੈ। ਖਾਨੇ 'ਚ ਨਹੀਂ ਪਊਗੀ ਫਿਰ ਮੈਂ ਜ਼ਿੰਮੇਵਾਰ ਹਾਂ, ਪਰ ਖਾਨੇ 'ਚ ਪੈਣ ਤੋਂ ਬਾਅਦ ਜੇ ਨਿਕਲ ਗਈ ਫਿਰ ਉਹ ਤੁਹਾਡੀ ਗਲਤੀ ਹੈਗੀ। ਠੀਕ ਹੈ, ਉਹ ਨਿਕਲਣ ਦਾ ਨਾ ਨਿਕਲਣ ਦਾ ਇੱਕੋ ਹੀ ਚੀਜ਼ ਹੁੰਦੀ ਹੈ ਕਿ ਰਿਵਾਈਜ਼ ਕਰੋ ਚੀਜ਼ ਨੂੰ। ਰਿਵਾਈਜ਼ ਕਰੀ ਜਾਓਗੇ ਫਿਰ ਨਹੀਂ ਚੀਜ਼ ਦਿਮਾਗ 'ਚੋਂ ਕਦੇ ਬਾਹਰ ਜਾਂਦੀ। ਤਾਂ ਆਪਣੀ ਅੱਜ ਦੀ ਡਿਸਕਸ਼ਨ ਇੰਨੀ ਆ। ਪੇਸ਼ੈਂਸ ਨਾਲ ਤੁਸੀਂ ਨੇ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫॉर ਵਾਚਿੰਗ।